ਹੈਲੋ ਸਟੂਡੈਂਟਸ, ਵੈਲਕਮ ਟੂ ਸਮਰਥ ਅਕੈਡਮੀ। ਸੋ ਅਸੀਂ PSSP ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਤੇ ਮੈਂ ਤੁਹਾਨੂੰ ਮੈਥਸ ਕਰਵਾ ਰਿਹਾ ਵਾਂ, ਜਿਹਦੇ ਵਿੱਚ ਅਸੀਂ ਪਰਸੈਂਟੇਜ ਤੇ ਰੇਸ਼ੋ ਪ੍ਰਪੋਰਸ਼ਨ ਜੋ ਹੈ ਆਲਰੇਡੀ ਕਰ ਚੁੱਕੇ ਹਾਂ। ਹੁਣ ਅਸੀਂ ਐਵਰੇजेस ਕਰ ਰਹੇ ਹਾਂ। 2 ਵੀਡੀਓਜ਼ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਸੋ ਅੱਜ ਤੀਸਰਾ ਲੈਕਚਰ ਰਹੂਗਾ। ਅਗਰ ਤੁਹਾਨੂੰ ਇਹ ਸਾਰੀ ਵੀਡੀਓਜ਼ ਦੀ PDF ਚਾਹੀਦੀ ਹੈ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਜੋ ਸਾਡਾ ਹੈ, ਡਿਸਕ੍ਰਿਪਸ਼ਨ ਬਾਕਸ ਉਹਦਾ ਲਿੰਕ ਦਿੱਤਾ ਹੋਇਆ, ਉਹਨੂੰ ਜਾ ਕੇ ਜੁਆਇਨ ਕਰ ਲਓ। ਉੱਥੇ ਤੁਹਾਨੂੰ ਮੈਥਸ ਦੀ PDF ਦੇ ਨਾਲ ਨਾਲ GS ਦੀ PDFs, ਕਰੰਟ ਅਫੇਅਰਸ ਦੀਆਂ ਵੀਡੀਓਜ਼ ਪਲੱਸ PDFs ਪਲੱਸ ਉਹਦੇ ਵਿੱਚ ਕੁਇਜ਼ ਆਪਾਂ ਪੁੱਟ ਕਰਦੇ ਹਾਂ ਹਰ ਰੋਜ਼ ਡਿਫਰੈਂਟ ਸਬਜੈਕਟਸ ਤੇ। ਉਹ ਸਾਰੀ ਤੁਹਾਨੂੰ ਹੈਲਪਫੁਲ ਰਹੋਗੇ ਤੁਹਾਡੇ ਐਗਜ਼ਾਮ ਨੂੰ ਕਲੀਅਰ ਕਰਨ ਲਈ। ਪਲੱਸ ਜਿੰਨੀਆਂ ਵੀ ਨੋਟੀਫਿਕੇਸ਼ਨ ਆਉਂਦੀਆਂ ਵਾ, ਨੋਟੀਫਿਕੇਸ਼ਨ ਦੇ ਅੱਗੇ ਨੋਟਿਸਿਸ ਆਉਂਦੇ ਆ, ਉਹ ਸਾਰੇ ਜੋ ਹੈ ਅਸੀਂ ਅਪਲੋਡ ਕਰਦੇ ਹਾਂ। ਸੋ ਤੁਹਾਡੇ ਲਈ ਬੈਨੀਫੀਸ਼ੀਅਲ ਰਹੋਗੇ। ਠੀਕ ਹੈ। ਸੋ ਜ਼ਿਆਦਾ ਟਾਈਮ ਨਾ ਯੂਜ਼ ਕਰਦੇ ਹੋਏ ਅਸੀਂ ਸਟਾਰਟ ਕਰਦੇ ਹਾਂ ਐਵਰੇजेस ਦਾ ਥਰਡ ਲੈਕਚਰ। ਐਵਰੇजेस ਦਾ ਇੱਕ ਬੇਸਿਕ ਫਾਰਮੂਲਾ ਹੈ ਜਿਹੜਾ ਤੁਸੀਂ ਲਿਖ ਲਓ ਕਿ ਐਵਰੇਜ ਹੁੰਦੀ ਕੀ ਹੈ। ਐਵਰੇਜ ਹੁੰਦੀ ਹੈ ਜਿੰਨਾ ਵੀ ਡਾਟਾ ਦਿੱਤਾ ਹੋਇਆ ਵਾ ਉਹ ਸਾਰਿਆਂ ਨੂੰ ਪਲੱਸ ਕਰ ਲਓ ਸਮ, ਤੇ ਜਿੰਨੇ ਵੀ ਜਿੰਨਾ ਵੀ ਡਾਟਾ, ਜਿੰਨੇ ਵੀ ਨੰਬਰ ਦਾ ਉਹ ਡਾਟਾ ਹੈ, ਕਹਿਣ ਦਾ ਮਤਲਬ ਕਿ ਅਗਰ ਅਸੀਂ weight ਨੂੰ 10 ਬੱਚਿਆਂ ਦਾ weight ਦੇਖ ਰਹੇ ਹਾਂ ਤਾਂ weight ਜਿਹੜਾ ਵਾ 10 ਬੱਚਿਆਂ ਦਾ ਉਹ ਪਲੱਸ ਕਰ ਲਓ, ਤੇ ਕਿੰਨੇ ਬੱਚਿਆਂ ਦਾ ਵਾ 10 ਬੱਚਿਆਂ ਦਾ, ਉਹਨੂੰ ਆਪਾਂ n ਕਹਿੰਦੇ ਹਾਂ, ਨੰਬਰ ਆਫ ਆਬਜ਼ਰਵੇਸ਼ਨ, ਤਾਂ 10 ਆਪਾਂ ਨੀਚੇ ਲਿਖਾਂਗੇ। ਜਿੱਦਾਂ ਕਿ ਤੁਹਾਡੀ ਜੋ ਪਰਸੈਂਟੇਜ ਆਉਂਦੀ ਹੈ ਪੇਪਰ ਦੇ ਵਿੱਚ, ਜਿੱਦਾਂ ਕਿ ਤੁਸੀਂ ਮੰਨ ਲਓ ਗ੍ਰੈਜੂਏਸ਼ਨ ਕੀਤੀ, +2 ਕੀਤੀ, ਤੁਹਾਡੀ ਪਰਸੈਂਟੇਜ ਹੈ ਉਹ ਵੀ ਇੱਕ ਐਵਰੇਜ ਹੈ। ਉਹ ਕਿੱਦਾਂ ਨਿਕਲਦੀ ਹੈ? ਜਿਹਦੀ ਪਰਸੈਂਟੇਜ ਉਹ ਕਿੱਦਾਂ ਨਿਕਲਦੀ ਹੈ? ਤੁਹਾਡੇ ਜਿੰਨੇ ਵੀ ਸਬਜੈਕਟ ਹੈ ਉਹਨਾਂ 'ਚ ਜਿੰਨੇ ਵੀ ਮਾਰਕਸ ਹੈ ਉਹਨਾਂ ਨੂੰ ਅਸੀਂ ਪਲੱਸ ਕਰਦੇ ਹਾਂ ਤਾਂ ਡਿਵਾਈਡ ਕਰ ਦਿੰਦੇ ਹਾਂ ਕਿ ਕਿੰਨੇ ਸਬਜੈਕਟ ਸੀਗੇ, ਉਹਨੂੰ ਆਪਾਂ n ਕਹਿੰਦੇ ਹਾਂ। ਜਿੰਨੇ ਸਬਜੈਕਟਸ ਹੈ ਉਹਨੂੰ ਆਬਜ਼ਰਵੇਸ਼ਨਸ ਕਹਿੰਦੇ ਹਾਂ। ਜਿੱਦਾਂ ਕਿ ਮੈਂ ਮੰਨ ਲੈਂਦੇ ਹਾਂ ਕਿ ਤੁਹਾਡੇ 6 ਸਬਜੈਕਟ ਸੀਗੇ, 600 ਨੰਬਰ ਤੋਂ। ਠੀਕ ਹੈ। ਤੁਹਾਨੂੰ ਸਿਖਾਇਆ ਤਾਂ ਗਿਆ ਹੁੰਦਾ ਵਾ ਕਿ ਜਿੰਨੇ ਨੰਬਰ ਤੁਹਾਡੇ ਆਏ ਅਪੋਨ ਟੋਟਲ ਨੰਬਰ ਕਿੰਨੇ ਆ ਇਨਟੂ 100 ਨਾਲ ਮਲਟੀਪਲਾਈ ਕਰ ਦਿਓ। ਪਰ ਇੱਕ ਹੋਰ ਤਰੀਕਾ ਹੁੰਦਾ ਵਾ ਕਿ ਜਿੱਦਾਂ ਮੰਨ ਲੈਂਦੇ ਆ ਕਿ ਤੁਹਾਡੇ ਮਾਰਕਸ ਜਿਹੜੇ ਆ 6 ਸਬਜੈਕਟ 'ਚ 360 ਆਏ ਆ, ਤਾਂ ਸਬਜੈਕਟ ਕਿੰਨੇ ਸੀਗੇ? 6। ਔਰ ਇਹ ਮੰਨ ਲੈਂਦੇ ਕਿ ਹਰ ਸਬਜੈਕਟ ਜਿਹੜਾ ਵਾ ਉਹ 100 ਨੰਬਰ ਦਾ ਸੀਗਾ, ਤਾਂ 6 ਨਾਲ ਡਿਵਾਈਡ ਕਰਾਂਗੇ ਤਾਂ ਇੱਥੇ ਮੇਰੇ ਕੋਲ ਆ ਜਾਊਗੀ 60%। ਇਹ ਸਾਡੀ ਐਵਰੇਜ ਹੈ। ਸੋ ਇਹ ਫਾਰਮੂਲਾ ਧਿਆਨ 'ਚ ਰੱਖਣਾ ਵਾ ਤੁਸੀਂ। ਠੀਕ ਹੈ ਜੀ। ਇਹੀ ਯੂਜ਼ ਹੁੰਦਾ ਹਰ ਜਗ੍ਹਾ ਤੇ। ਹੁਣ ਕੁਐਸਚਨ ਕਹਿ ਰਿਹਾ ਵਾ ਕਿ one of the student in the class marks were wrongly posted as 85 instead of 71। ਕੀ ਕਹਿ ਰਿਹਾ ਵਾ ਕਿ ਇੱਕ ਕਲਾਸ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਹੈ, ਉਹਨਾਂ ਚੋਂ ਇੱਕ ਸਟੂਡੈਂਟ ਦਾ ਜੋ ਮਾਰਕ ਸੀਗੇ ਉਹ ਗਲਤ ਕੈਲਕੂਲੇਟ ਹੋ ਗਏ। ਅਸੀਂ ਲਿਖ ਦਿੱਤੇ 85, ਮੈਂ W ਲਿਖਿਆ ਮਤਲਬ ਰੋਂਗ ਹੈ। ਐਕਚੁਅਲ ਦੇ ਵਿੱਚ ਜੋ ਸੀਗਾ ਉਹ ਸੀਗਾ 71 ਮਾਰਕਸ। ਸੋ ਦੇਖਿਆ ਜਾਵੇ ਤਾਂ ਕਿੰਨੇ ਮਾਰਕਸ ਜ਼ਿਆਦਾ ਉਹਦੇ ਕੈਲਕੂਲੇਟ ਕਰ ਲਏ ਅਸੀਂ? 14 ਮਾਰਕਸ ਜੋ ਹੈ ਉਹ ਜ਼ਿਆਦਾ ਕੈਲਕੂਲੇਟ ਕਰ ਰਹੇ। ਸਮ ਦੇ ਵਿੱਚ ਇਹ ਸਮ ਹੈ, ਸਮ ਦੇ ਵਿੱਚ 14 ਮਾਰਕਸ ਜੋ ਹੈ ਉਹ ਜ਼ਿਆਦਾ ਕੈਲਕੂਲੇਟ ਹੋ ਗਏ। ਠੀਕ ਹੈ ਜੀ। 14। ਉਹਨੂੰ ਕਹਿ ਰਿਹਾ ਵਾ ਕਿ ਡਿਊ ਟੂ ਦੈਟ ਦ ਐਵਰੇਜ ਮਾਰਕਸ ਆਫ ਦ ਕਲਾਸ ਗੋਟ ਇਨਕਰੀਜ਼ ਬਾਈ 1/3। ਇਹਦੇ ਕਰਕੇ ਕੀ ਹੋਇਆ ਕਿ ਜੋ ਐਵਰੇਜ ਮਾਰਕਸ ਪੂਰੀ ਕਲਾਸ ਦੇ ਕੈਲਕੂਲੇਟ ਕਰ ਰਹੇ ਸੀਗੇ ਉਹ 1/3 ਇਨਕਰੀਜ਼ ਕਰ ਗਏ। ਐਵਰੇਜ ਕਿੱਥੇ ਲਿਖੀ ਹੋਈ ਹੈ? ਆ ਚੀਜ਼। ਫਿਰ ਇੱਥੇ ਕੀ ਹੈ ਕਿ ਅਗਰ ਇਹ 14 ਹੈ ਤਾਂ ਐਵਰੇਜ ਜਿਹੜੀ ਐਵਰੇਜ 'ਚ ਕਿੰਨਾ ਫਰਕ ਆਇਆ? 1/3 ਦਾ ਫਰਕ ਆਇਆ। ਕਿੰਨਾ ਫਰਕ ਆਇਆ? 1/3 ਦਾ ਫਰਕ ਆਇਆ। ਉਹਨੂੰ ਪੁੱਛ ਰਿਹਾ ਕਿ ਦੱਸੋ ਕਲਾਸ ਦੇ ਵਿੱਚ ਸਟੂਡੈਂਟਸ ਕਿੰਨੇ ਆ? ਸਟੂਡੈਂਟਸ ਕਿੱਥੇ ਲਿਖਦੇ ਆ ਆਪਾਂ? n ਇੱਥੇ। तो कितने होंगे? n ਇੱਥੇ ਆ ਕੇ n ਦੀ ਵੈਲਿਊ ਆ ਜਾਊਗੀ 14 into 3, that means 42। ਕਿੰਨੇ ਹੈ? 40। ਠੀਕ ਹੈ ਜੀ। ਹੁਣ ਅਗਰ ਤੁਹਾਨੂੰ ਮੈਂ ਕਨਸੈਪਟ ਬੇਸ ਦੇਖਾਂ ਤਾਂ ਫਾਰਮੂਲਾ ਬੇਸ ਮੈਂ ਤੁਹਾਨੂੰ ਕਰਵਾਤਾ। ਕਨਸੈਪਟ ਬੇਸ ਦੇਖਿਆ ਜਾਵੇ ਤਾਂ ਜਦੋਂ ਵੀ ਐਵਰੇਜ ਦੇ ਵਿੱਚ ਚੇਂਜ ਆਉਂਦਾ ਵਾ, ਜਿੱਦਾਂ ਇਹਨੇ ਕਿਹਾ ਕਿ 1/3 ਚੇਂਜ ਆ ਗਿਆ, ਅਗਰ ਮੈਂ ਤੁਹਾਨੂੰ ਕਹਿੰਦਾ ਕਿ ਮੰਨ ਲਓ ਇੱਕ ਐਵਰੇਜ 1 ਤੋਂ ਵੱਧ ਗਈ, ਐਵਰੇਜ 1 ਤੋਂ ਵਧਣ ਦਾ ਮਤਲਬ ਹੁੰਦਾ ਵਾ ਕਿ ਜਿੰਨੀਆਂ ਵੀ ਆਬਜ਼ਰਵੇਸ਼ਨਸ ਹੈ, ਜਿੰਨੇ ਵੀ ਸਟੂਡੈਂਟਸ ਹੈ ਇਸ ਕੇਸ ਦੇ ਵਿੱਚ, ਜਾਂ ਜਿੰਨੇ ਵੀ ਸਬਜੈਕਟਸ ਹੈ ਪਰਸੈਂਟੇਜ ਦੇ ਹਿਸਾਬ ਨਾਲ, ਉਹ ਸਾਰਿਆਂ ਦੇ ਵਿੱਚ ਇੱਕ ਨੰਬਰ ਵੱਧ ਗਿਆ। ਅਗਰ ਤੁਹਾਡੀ ਪਰਸੈਂਟੇਜ 60 ਤੋਂ 61% ਹੋ ਜਾਂਦੀ ਹੈ, ਇਹਦਾ ਮਤਲਬ ਹੈ ਸਾਰੇ ਸਬਜੈਕਟਸ ਦੇ ਵਿੱਚ ਇੱਕ ਨੰਬਰ ਵੱਧ ਗਿਆ। ਉਹਨੂੰ ਕਹਿ ਰਿਹਾ ਕਿ ਐਵਰੇਜ 1/3 ਤੋਂ ਵੱਧ ਗਿਆ, ਇਹਦਾ ਮਤਲਬ ਜਿੰਨੇ ਵੀ ਬੱਚੇ ਸੀਗੇ ਸਾਰਿਆਂ ਦੀ ਜੋ ਮਾਰਕਸ ਹੈ ਉਹ 1/3 ਤੋਂ ਵੱਧ ਗਏ। ਹੁਣ ਦੇਖਿਆ ਜਾਵੇ ਅਗਰ ਇੱਥੇ 14 ਨੰਬਰ ਦਾ ਫਰਕ ਆਇਆ, ਅਗਰ 1 ਨੰਬਰ ਦਾ ਫਰਕ ਆਇਆ ਤਾਂ 1/3 ਆਪਾਂ 3 ਬੱਚਿਆਂ ਦਾ ਇਨਕਰੀਜ਼ ਕਰ ਸਕਦੇ ਹਾਂ ਨਾ। 1/3 3 ਸਟੂਡੈਂਟਸ ਦਾ ਇਨਕਰੀਜ਼ ਹੋ ਜਾਊਗਾ, ਤੇ ਇੱਥੇ 1 ਦਾ 3 ਨਾਲ ਮਲਟੀਪਲਾਈ ਕੀਤਾ 3, 14 ਅਗਰ ਨੰਬਰਸ ਵਧੇ ਆ ਤਾਂ ਹਰ ਬੰਦੇ ਨੂੰ 1/3 ਦੇਵਾਂਗੇ ਤਾਂ 42 ਸਾਡਾ ਆਂਸਰ ਆਊਗਾ। ਠੀਕ ਹੈ ਜੀ। ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਨੈਕਸਟ ਕੁਐਸਚਨ ਕਰਦੇ ਹਾਂ। ਦ ਐਵਰੇਜ ਸੈਲਰੀ ਪਰ ਹੈਡ ਆਫ ਆਲ ਦ ਵਰਕਰਸ ਆਫ ਦ ਆਰਗੇਨਾਈਜੇਸ਼ਨ ਇਜ਼ 450। ਦ ਐਵਰੇਜ ਸੈਲਰੀ ਆਫ 20 ਵਰਕਰਸ। ਯਾਦ ਰੱਖਿਓ ਜਦੋਂ ਵੀ ਐਵਰੇਜ ਵਾਲੇ ਚੈਪਟਰ ਦੇ ਵਿੱਚ 2 ਕੈਟਾਗਰੀਜ਼ ਦੇ ਵਿੱਚ ਕੁਐਸਚਨ ਟੁੱਟ ਜਾਏ, ਜਿੱਦਾਂ ਕਿ ਉਹ ਕਹਿ ਰਿਹਾ ਵਾ ਕਿ ਪਹਿਲਾਂ ਤਾਂ ਉਹਨੇ ਕੀ ਦੱਸਿਆ ਹੋਇਆ ਕਿ ਸਾਰੇ ਜਿਹੜੇ
ਵਰਕਰਸ ਹੈ ਉਹਨਾਂ ਦੀ ਐਵਰੇਜ ਕਿੰਨੀ ਹੈ 450। ਹੁਣ ਇਹਦੇ ਵਿੱਚੋਂ 12 ਵਰਕਰਸ ਦੀ ਗੱਲ ਕਰ ਰਿਹਾ ਵਾ ਤੇ ਨਾਲ ਉਹ ਕਰ ਰਿਹਾ ਬਾਕੀ ਬਚੇ ਹੋਏ ਦੀ। ਦੋ ਕੈਟਾਗਰੀਜ਼ ਹੋ ਗਈਆਂ। ਦੋ ਕੈਟਾਗਰੀਜ਼ ਕਿਹੜੀਆਂ ਕਿਹੜੀਆਂ ਵਾ ਕਿ 12 ਇੰਪਲੋਇਜ਼ ਤੇ ਬਾਕੀ ਬਚੇ ਹੋਏ ਮੰਨ ਲੈਂਦੇ ਐਕਸ ਇੰਪਲੋਇਜ਼। ਦੋ ਕੈਟਾਗਰੀਜ਼ ਵਿੱਚ ਜਦੋਂ ਵੀ ਐਵਰੇਜ ਵਾਲਾ ਕੁਐਸਚਨ ਬਣ ਜਾਏ ਉੱਥੇ ਅਸੀਂ ਐਲੀਗੇਸ਼ਨ ਲਗਾਵਾਂਗੇ। ਠੀਕ ਹੈ। ਹੁਣ ਐਲੀਗੇਸ਼ਨ ਵਾਲੇ ਕਨਸੈਪਟ 'ਚ ਟੋਟਲ 5 ਵੈਲਿਊਜ਼ ਲਿਖਣੀਆਂ ਹੁੰਦੀਆਂ, ਜਿਹਦੇ 'ਚ 2 ਵੈਲਿਊਜ਼ ਮੈਂ ਲਿਖਤੀਆਂ। ਉਹ ਜਿਹੜੀ ਇੱਥੇ ਵੈਲਿਊ ਲਿਖਦੇ ਆ ਅਸੀਂ ਲਾਸਟ ਦੇ ਵਿੱਚ 2, ਉਹ ਹੁੰਦਾ n ਨੰਬਰ ਆਫ ਆਬਜ਼ਰਵੇਸ਼ਨ, ਜੋ ਆਪਾਂ ਲਾਸਟ ਕੁਐਸਚਨ 'ਚ ਦੇਖਿਆ। ਇੱਥੇ 12 ਬੰਦੇ ਆ ਟੋਟਲ, ਇੱਥੇ x ਬਚੇ ਹੋਏ, ਦੋ ਕੈਟਾਗਰੀਜ਼ ਬਣ ਗਈਆਂ। ਉਹ ਕਹਿ ਰਿਹਾ ਕਿ ਕੰਬਾਈਨਡ ਜਿਹੜੀ ਵਰਕਰਸ ਦੀ ਸੈਲਰੀ ਹੈ ਕੰਬਾਈਨਡ ਐਵਰੇਜ ਉਹ ਕਿੰਨੀ ਹੈ 450। ਜਿਹੜੀ ਕੰਬਾਈਨਡ ਹੁੰਦੀ ਹੈ ਦੋ ਕੈਟਾਗਰੀਜ਼ ਦੀ ਉਹ ਅਸੀਂ ਇੱਥੇ ਲਿਖਦੇ ਹਾਂ ਵਿੱਚ 450। ਹੁਣ 12 ਜਿਹੜੇ ਪਰਸਨਸ ਹੈ ਇਹਨਾਂ ਦੀ ਐਵਰੇਜ ਸੈਲਰੀ ਇੱਥੇ ਲਿਖਾਂਗੇ, x ਦੀ ਐਵਰੇਜ ਸੈਲਰੀ ਜਿਹੜੇ ਬਚ ਗਏ ਉਹਨਾਂ ਦੀ ਐਵਰੇਜ ਸੈਲਰੀ ਇੱਥੇ ਲਿਖਾਂਗੇ, x ਦੀ ਵੈਲਿਊ ਨਿਕਾਲ ਲਾਂਗੇ। ਠੀਕ ਹੈ। ਸੋ ਐਵਰੇਜ ਸੈਲਰੀ ਪਰ ਹੈਡ ਆਫ ਦਾ ਰੈਸਟ ਇਜ਼ 400। ਰੈਸਟ ਦਾ ਮਤਲਬ ਇਹਦੀ ਹੈ 400। ਐਵਰੇਜ ਸੈਲਰੀ ਆਫ 12 ਵਰਕਰਸ ਇਜ਼ 1500। ਇਹਨਾਂ ਦੀ ਹੈ 1500। ਠੀਕ ਹੈ। ਇਹ ਡਾਟਾ ਮੇਰੇ ਕੋਲ ਨਿਕਲ ਕੇ ਆ ਗਿਆ। ਠੀਕ ਹੈ। 5 ਦੇ ਵਿੱਚੋਂ 4 ਡਾਟਾ ਆ ਗਿਆ। x ਦੀ ਵੈਲਿਊ ਨਿਕਾਲਣੀ ਹੈ ਅਸੀਂ ਫਿਲਹਾਲ ਨਿਕਾਲਣਾ ਕਿ ਟੋਟਲ ਨੰਬਰ ਆਫ ਵਰਕਰਸ ਕਿੰਨੇ ਹੋਣਗੇ। ਇਹਦਾ ਮਤਲਬ 12 ਦਾ ਹੈ ਪਲੱਸ x ਕਰਾਂਗੇ ਤਾਂ ਸਾਡਾ ਆਨਸਰ ਆ ਜਾਊਗਾ। ਹੁਣ ਇਹਨੂੰ x ਨੂੰ ਨਿਕਾਲਣ ਦਾ ਇੱਕ ਤਰੀਕਾ ਕੀ ਹੁੰਦਾ ਵਾ, ਧਿਆਨ ਨਾਲ ਦੇਖੋ। ਰਾਈਟ ਸਾਈਡ ਤੋਂ ਇੱਥੋਂ ਦੀ ਇਹ ਨੰਬਰ ਨੂੰ ਆਪਾਂ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਵੈਲਿਊ ਇਕੁਅਲ ਟੂ 12 ਆ ਜਾਂਦੀ ਹੈ। ਧਿਆਨ ਨਾਲ ਦੇਖੋ 400 ਮਾਈਨਸ 450 ਇਟ ਇਜ਼ ਇਕੁਅਲ ਟੂ 12। ਠੀਕ ਹੈ। ਸੈਕਿੰਡ ਸਟੈਪ ਦੇ ਵਿੱਚ ਆਪਾਂ ਰੇਸ਼ੋ ਫਾਰਮ 'ਚ ਲਿਖਾਂਗੇ। ਨੈਕਸਟ ਸਟੈਪ ਹੈ ਪਹਿਲਾਂ ਇੱਥੋਂ ਦੀ ਆ ਮਾਈਨਸ ਕੀਤਾ ਸੀ ਤਾਂ ਆ ਚੀਜ਼ ਆ ਗਈ। ਹੁਣ 450 ਤੋਂ ਆਪਾਂ 1500 ਮਾਈਨਸ ਕਰਾਂਗੇ ਤਾਂ ਆ ਨੰਬਰ ਆ ਜਾਊਗਾ। ਸੋ 450 ਦੇ ਵਿੱਚੋਂ ਕੀ ਮਾਈਨਸ ਕੀਤਾ 1500 ਤੇ ਸਾਡੀ ਵੈਲਿਊ ਕਿੰਨੀ ਆ ਗਈ, ਇੱਥੇ ਇਦਾਂ ਲਿਖ ਦਿਓ x। ਬਸ ਹੁਣ ਕ੍ਰਾਸ ਮਲਟੀਪਲਾਈ ਕਰਕੇ x ਦੀ ਵੈਲਿਊ ਨਿਕਾਲਾਂਗੇ, ਸਾਡੇ ਕੋਲ ਇੱਥੇ ਆ ਜਾਊਗੇ ਰੈਸਟ ਆਫ ਦਾ ਪਰਸਨਸ ਕਿੰਨੇ ਆ। 400 ਚੋਂ 450 ਮਾਈਨਸ ਕਰਾਂਗੇ ਤਾਂ ਕਿੰਨਾ ਆਊਗਾ, ਇੱਥੇ ਮੈਂ ਲਿਖਦਾ -50 अपॉन 450 में से 1500 माइनस करेंगे तो -1050 आ जाएगा। तो माइनस ना माइनस कैंसिल, जीरो ना जीरो कैंसिल, 5 1s 5 21s। तो बचा कितना 1/21 बच गया जो कि 12/x की वैल्यू है। x इधर आ जाऊंगा ते 12 × 21 जो है साडा आंसर है। 12 ਦੇ 10 ਦੇ ਟੇਬਲ 'ਚ ਕੀ ਆਉਂਦਾ 120, 20 ਦੇ ਟੇਬਲ 'ਚ ਕਿੰਨਾ ਆਊਗਾ 240, 240 'ਚ 12 ਹੋਰ ਐਡ ਕਰਾਂਗੇ ਤਾਂ ਕਿੰਨਾ ਆ ਜਾਊਗਾ 250। ਸੋ ਸਾਡੇ ਕੋਲ ਇੱਥੇ x ਦੀ ਵੈਲਿਊ ਕਿੰਨੀ ਆ ਗਈ 252। ਉਹ ਕਹਿ ਰਿਹਾ ਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ ਇਸ ਕੰਪਨੀ ਦੇ ਵਿੱਚ ਕਿੰਨੇ EMPLOYEES ਹੈ 252 ਆਇਆ ਹੈ, 12 ਇਹ ਵਾਲੇ ਐਡ ਕਰ ਦੋ ਕਿੰਨੇ ਹੋ ਜਾਣਗੇ 264। ਕਿੰਨੇ ਹੋ ਗਏ 264। ਸਾਡਾ ਡੀ ਆਪਸ਼ਨ ਹੈ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। The average of 35 numbers is 35. The average of first 60 numbers। ਹੁਣ ਦੇਖੋ ਤੁਹਾਨੂੰ ਮੈਂ ਕਿਹਾ ਸੀ ਜਦੋਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਹੋਊਗਾ ਤਾਂ ਐਲੀਗੇਸ਼ਨ ਲਗਾਵਾਂਗੇ। ਅਗਰ ਦੋ ਤੋਂ ਜ਼ਿਆਦਾ ਕੈਟਾਗਰੀਜ਼ ਦੇ ਵਿੱਚ ਹੋ ਰਿਹਾ ਫਿਰ ਨਹੀਂ। ਜਿੱਦਾਂ ਕਹਿ ਰਿਹਾ ਕਿ ਧਿਆਨ ਨਾਲ ਦੇਖੋ, ਇੱਥੇ ਮੈਂ ਲਿਖ ਦੇਣਾ n ਫਾਰਮੂਲੇ ਹਿਸਾਬ ਨਾਲ ਕਿ ਕਿੰਨੀਆਂ ਆਬਜ਼ਰਵੇਸ਼ਨਸ ਹੈ। ਇੱਥੇ ਲਿਖਾਂਗੇ ਅਸੀਂ ਐਵਰੇਜ ਔਰ ਇੱਥੇ ਲਿਖ ਦਾਂਗੇ ਅਸੀਂ ਸਮ। ਉਹ ਕਹਿ ਰਿਹਾ ਦਾ ਐਵਰੇਜ ਆਫ 35 ਨੰਬਰਸ, 35 ਨੰਬਰਸ ਇੱਥੇ ਇਹਨਾਂ ਦੀ ਐਵਰੇਜ ਕਿੰਨੀ ਹੈ 35 ਤੇ ਸਮ ਕਿੰਨਾ ਹੁੰਦਾ ਵਾ। ਧਿਆਨ ਨਾਲ ਦੇਖੋ ਅਸੀਂ ਐਵਰੇਜ ਜੋ ਲਿਖੀ ਸੀ ਉਹਦਾ ਕੀ ਫਾਰਮੂਲਾ ਸੀਗਾ ਸਮ ਅਪੋਨ ਨੰਬਰ ਆਫ ਆਬਜ਼ਰਵੇਸ਼ਨਸ। ਹੁਣ ਸਮ ਦੀ ਵੈਲਿਊ ਕਿੰਨੀ ਹੁੰਦੀ ਹੈ ਐਵਰੇਜ ਨੂੰ n ਨਾਲ ਮਲਟੀਪਲਾਈ ਕਰ ਦੋ। ਐਵਰੇਜ ਨੂੰ n ਨਾਲ ਮਲਟੀਪਲਾਈ ਕਰਾਂਗੇ 35 ਦਾ ਸਕੁਅਰ ਕਿੰਨਾ ਹੁੰਦਾ ਵਾ 1225। ਠੀਕ ਹੈ। ਸੋ ਜਿਹੜੇ ਵੀ ਨੰਬਰ ਦੇ ਪਿੱਛੇ 5 ਹੋਵੇ ਉਹਦਾ ਸਕੁਅਰ ਨਿਕਾਲਣ ਦਾ ਕੀ ਤਰੀਕਾ ਹੁੰਦਾ ਵਾ ਕਿ 5 ਦਾ ਸਕੁਅਰ ਕਰ ਦੋ 25 ਤੇ 3 ਨੂੰ ਨੈਕਸਟ ਨੰਬਰ ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਗਿਆ 12। ਠੀਕ ਹੈ। ਇਹ ਯਾਦ ਰੱਖਣਾ ਵਾ, ਬੇਸਿਕ ਹੈ। ਹੁਣ ਦੇਖिए ਨੈਕਸਟ ਕੁਐਸਚਨ ਪੜ੍ਹਦੇ ਹਾਂ। ਉਹ ਕਹਿ ਰਿਹਾ ਕਿ ਦ ਐਵਰੇਜ ਆਫ ਦ ਫਸਟ 16 ਨੰਬਰਸ। ਕਹਿੰਦਾ ਜਿਹੜੇ ਪਹਿਲੇ 16 ਨੰਬਰ ਹੈ ਉਹਨਾਂ ਦੀ ਉਹਨਾਂ ਦੀ ਐਵਰੇਜ ਕਿੰਨੀ ਹੈ 31। तो ਅਸੀਂ ਹੁਣ 31 ਦੀ ਵੈਲਿਊ ਲਿਖਾਂਗੇ। 16 ਨੂੰ 3 ਨਾਲ ਕਰਾਂਗੇ ਤਾਂ 48, ਜੇ 3 ਨਾਲ ਕਰਾਂਗੇ ਤਾਂ 480। 480 ਦੇ ਵਿੱਚ ਇੱਕ ਵਾਰ 16 ਹੋਰ, ਉੱਥੇ ਮੇਰੇ ਕੋਲ ਆ ਜਾਊਗਾ 496। ਦੇਖੋ ਕੈਲਕੂਲੇਸ਼ਨ ਤੁਸੀਂ ਇਦਾਂ ਹੀ ਕਰਨੀ ਹੈ ਐਗਜ਼ਾਮ ਦੇ ਵਿੱਚ। 16 × 31 ਦਾ ਮਤਲਬ ਕੀ ਹੈ ਕਿ 16 × 30 + 1 ਇਦਾਂ ਹੀ ਹੈ ਨਾ। ਇੱਕ ਵਾਰ 30, ਇੱਕ ਵਾਰ, ਜਾਂ ਮੈਂ ਕਹੂੰਗਾ 16 ਨੂੰ 31 ਟਾਈਮਸ 31 ਵਾਰ ਲਿਖਣਾ ਵਾ। 16 ਨੂੰ 3 ਵਾਰ ਲਿਖਾਂਗੇ ਤਾਂ 48 ਹੁੰਦਾ ਵਾ। ਇੱਥੇ 0 480। 16 ਨੂੰ ਇੱਕ ਵਾਰ ਹੋਰ ਲਿਖਾਂਗੇ ਤਾਂ ਮੈਂ ਬੇਸਿਕਲੀ ਕੀ ਕੀਤਾ ਸੀ 480 ਦੇ ਵਿੱਚ 16 ਐਡ ਕਰਕੇ ਲਿਖ ਦਿੱਤਾ। ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ। ਦ ਐਵਰੇਜ ਆਫ ਦ ਲਾਸਟ 16 ਨੰਬਰ। ਪਹਿਲੇ 16 ਨੰਬਰ ਆਖਰੀ 16 ਨੰਬਰ ਟੋਟਲ ਕਿੰਨੇ ਹੋ ਗਏ 32, ਇੱਥੇ 35 ਹੈ। ਇਸ 36 ਇਹ ਐਵਰੇਜ ਸਾਡੇ ਕੋਲ ਹੈਗੀ ਹੈ 36। ਹੁਣ ਚਾਹੇ 16 ਨੂੰ 36 ਨਾਲ ਮਲਟੀਪਲਾਈ ਕਰੋ ਚਾਹੇ 36 ਨੂੰ 16 ਨਾਲ ਕਰੋ ਸਾਡਾ ਆਨਸਰ ਸੇਮ ਆਊਗਾ। ਹੁਣ ਦੇਖੋ
36 ਨੂੰ 16 ਨਾਲ ਕਰਨ ਦਾ ਮਤਲਬ ਕੀ ਹੈ, ਧਿਆਨ ਨਾਲ ਦੇਖਿਓ। 36 ਨੂੰ ਤੁਸੀਂ ਮਾਈਂਡ 'ਚ ਕਰਨਾ ਹੁੰਦਾ 10 + 5 + 1। 10 ਦੀ ਵੈਲਿਊ ਕਿੰਨੀ ਆਊਗੀ 360। 36 ਨੂੰ 5 ਨਾਲ ਕਰਾਂਗੇ ਤਾਂ 360 ਦਾ ਅੱਧਾ 180। 36 ਨੂੰ 1 ਨਾਲ ਕਰਾਂਗੇ ਤਾਂ ਕਿੰਨਾ ਆ ਗਿਆ 36। ਇੱਥੇ ਆ ਗਿਆ 6। 8 3 11 ਤੇ 6 17। ਇੱਥੇ ਮੇਰੇ ਕੋਲ ਆ ਗਿਆ 576। ਇੱਥੇ ਮੇਰੇ ਕੋਲ ਆ ਗਿਆ 576। ਠੀਕ ਹੈ ਜੀ, ਸਮਝ ਗਏ? ਚਲੋ ਇਹਨੂੰ ਮੈਂ ਰਬ ਕਰ ਦੇਣਾ। ਸੋ ਹੁਣ ਉਹ ਕੀ ਕਹਿ ਰਿਹਾ ਵਾ ਕਿ ਇਹ 12 ਨੰਬਰਸ ਦਾ ਡਾਟਾ ਮੇਰੇ ਕੋਲ ਆ ਗਿਆ। ਹੁਣ ਇੱਥੇ 35 ਹੈ, ਇੱਥੇ 32 ਹੋ ਗਿਆ, 3 ਨੰਬਰ। ਉਹ ਕਹਿੰਦਾ ਕਿ ਅਗਰ ਨੰਬਰ 17 18 19 ਨੂੰ ਰਿਮੂਵ ਕਰ ਦਿੱਤਾ ਜਾਵੇ ਡਾਟਾ ਚੋਂ ਤਾਂ ਦੱਸੋ ਜਿਹੜੇ ਬਚ ਗਏ ਉਹਨਾਂ ਦੀ ਐਵਰੇਜ ਕਿੰਨੀ ਹੋਊਗੀ। ਬਚੇ ਕਿੰਨੇ 32। ਬਚੇ ਕਿੰਨੇ 32। ਹੁਣ ਇਹਨਾਂ ਦੀ ਐਵਰੇਜ ਦੱਸਣੀ ਅਸੀਂ ਕਿੰਨੀ ਹੋਊਗੀ। ਠੀਕ ਹੈ ਜੀ, ਤਾਂ ਸਾਡੀ ਐਵਰੇਜ ਜੋ ਦੇਖੋ ਜਦੋਂ ਡਾਟਾ ਸੇਮ ਹੁੰਦਾ ਨਾ ਸਾਡੇ ਕੋਲ, ਇਹਨਾਂ ਦੀ ਜਿਹੜੀ ਐਵਰੇਜ ਆਉਂਦੀ ਹੈ ਉਹ ਮਿਡਲ ਨੰਬਰ ਆਉਂਦਾ ਵਾ। ਹੁਣ ਇਹਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ। ਧਿਆਨ ਨਾਲ ਦੇਖੋ, ਹੁਣ 2 ਕੈਟਾਗਰੀਜ਼ ਆ ਗਈ ਤਾਂ ਐਲੀਗੇਸ਼ਨ ਲਗਾ ਸਕਦੇ ਹਾਂ। 16 ਨੰਬਰ 1 16 ਨੰਬਰ 1 ਇਹ ਹੁਣ ਐਲੀਗੇਸ਼ਨ ਵਾਲਾ ਕਨਸੈਪਟ ਲਗਾ ਰਹੇ ਹਾਂ। ਉਹ ਕਹਿੰਦਾ 1 ਦੀ ਐਵਰੇਜ ਕਿੰਨੀ ਹੈ 31। 1 ਦੀ ਐਵਰੇਜ ਕਿੰਨੀ ਹੈ 36। ਇੱਥੇ ਐਵਰੇਜ ਪੁੱਛ ਰਿਹਾ ਵਾ ਕਿੰਨੀ ਹੋਊਗੀ। ਤੁਸੀਂ ਯਾਦ ਰੱਖਣਾ ਜਦੋਂ ਇਹ ਥੱਲੇ ਬਰਾਬਰ ਹੋਣ ਨੰਬਰਸ ਤਾਂ ਜਿਹੜੀ ਸਾਡੇ ਕੋਲ ਇੱਥੇ ਕੰਬਾਈਨਡ ਐਵਰੇਜ ਆਉਂਦੀ ਹੈ ਉਹ 31 ਤੇ 36 ਦਾ ਇਨ ਬਿਟਵੀਨ ਨੰਬਰ ਆਉਂਦਾ। ਦੇਖਿਆ ਜਾਵੇ ਤਾਂ 31 ਤੇ 36 ਦੇ ਵਿੱਚ ਕਿੰਨਾ ਫਰਕ ਆ 5 ਦਾ। 5 ਦਾ ਅੱਧਾ ਕਿੰਨਾ ਹੁੰਦਾ 2.5। 31 ਦੇ ਵਿੱਚ 2.5 ਐਡ ਕਰ ਦਿਓ ਜਾਂ 36 ਦੇ ਵਿੱਚੋਂ 2.5 ਮਾਈਨਸ ਕਰ ਦਿਓ, ਉਹੀ ਆਂਸਰ ਆਊਗਾ ਸਾਡੇ ਕੋਲ। ਉਹ ਆਊਗਾ 33.5। ਕੀ ਆਊਗਾ 33.5, ਜੋ ਕਿ ਸਾਡਾ ਏ ਆਪਸ਼ਨ ਹੈ। ਇਹਨੂੰ ਹੋਰ ਕਰਨ ਦਾ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਮੈਨੂੰ। ਬਸ ਹਾਲਾਂਕਿ ਮੈਨੂੰ ਇਹ ਡਾਟਾ ਵੀ ਨਿਕਾਲਣ ਦੀ ਜ਼ਰੂਰਤ ਨਹੀਂ ਸੀ, ਮੈਂ ਐਵੇਂ ਨਿਕਾਲਿਆ। ਸਾਡੇ ਕੋਲ ਆਹ ਚੀਜ਼ ਆ ਗਈ ਸੀ, ਇਹ ਡਾਟਾ ਬਰਾਬਰ ਹੈ, ਇਹਦੀ ਐਵਰੇਜ ਪੁੱਛੀ ਸੀ ਉਹਨੇ ਸਾਨੂੰ। ਸੋ ਇਹਦੀ ਐਵਰੇਜ ਜਿਹੜੀ ਆ ਉਹ ਮਿਡਲ ਨੰਬਰ ਆਊਗਾ, ਦੈਟ ਇਜ਼ 33.5। ਠੀਕ ਹੈ, ਬਾਕੀ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਹੈ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। The average monthly salary of ABCD is this. So 4 persons है ABCD, इन्हां दी जो मंथली सैलरी है एवरेज वो कितनी है 27,200। A gets 800 more than B gets 600 more than C gets 400 more than D। याद रखियो ਜਦੋਂ ਵੀ ਕੰਪੈਰੀਜ਼ਨ ਕੰਟੀਨਿਊਏਸ਼ਨ ਵਿੱਚ ਹੈ, ਜਿੱਦਾਂ ਕਿ A ਦਾ ਕੰਪੈਰੀਜ਼ਨ B ਨਾਲ ਕੀਤਾ ਤੇ ਅਗਲੀ ਸਟੇਟਮੈਂਟ ਦੇ ਵਿੱਚ B ਦਾ ਕੰਪੈਰੀਜ਼ਨ ਜਿਹੜਾ ਵਾ ਉਹ C ਨਾਲ ਕੀਤਾ, ਉਸ ਤੋਂ ਬਾਅਦ ਕੰਟੀਨਿਊਏਸ਼ਨ ਦੇ ਵਿੱਚ C ਦਾ D ਨਾਲ ਕੀਤਾ, ਤਾਂ ਅਸੀਂ ਕੀ ਕਰਦੇ ਹਾਂ D ਵਾਲੀ ਵੈਲਿਊ ਸਭ ਤੋਂ ਪਹਿਲਾਂ ਲਿਖਾਂਗੇ। D ਦੀ ਵੈਲਿਊ ਲਿਖ ਦਾਂਗੇ X। ਹੁਣ ਦੇਖੋ C ਦੀ ਵੈਲਿਊ ਕਿੰਨੀ ਹੈ, ਉਹ ਕਹਿੰਦਾ C ਦੀ ਜਿਹੜੀ ਵੈਲਿਊ 400 ਜ਼ਿਆਦਾ ਹੈ, ਮੈਂ ਲਿਖ ਦੂੰਗਾ 400 + X। B ਦੀ ਵੈਲਿਊ ਕਿੰਨੀ ਹੈ, B ਦੀ ਵੈਲਿਊ ਦੱਸੀ ਹੋਈ C ਦੇ ਕੰਪੈਰੀਜ਼ਨ 'ਚ C ਤੋਂ 600 ਜ਼ਿਆਦਾ ਹੈ, C ਤੋਂ 600, ਇਹ ਤੋਂ 600 ਜ਼ਿਆਦਾ ਕਰਾਂਗੇ ਤਾਂ 1000 ਜ਼ਿਆਦਾ ਆ ਜਾਊਗਾ ਪਲੱਸ X। A ਦੀ ਵੈਲਿਊ ਕੀ ਆਊਗੀ, A ਦੀ ਵੈਲਿਊ ਆਊਗੀ 800 ਜ਼ਿਆਦਾ B ਤੋਂ। ਸੋ ਇਹ ਤੋਂ 800 ਜ਼ਿਆਦਾ B ਦੀ ਕਿੰਨੀ 1000, ਇੱਥੇ ਲਿਖ ਦਿਓ 1800 + X। ਇਹ ਮੇਰੇ ਕੋਲ ਸਾਰਾ ਡਾਟਾ ਆ ਗਿਆ। ਹੁਣ ਉਹ ਕਹਿ ਰਿਹਾ C ਦੀ ਸੈਲਰੀ ਦੱਸਣੀ ਹੈ। ਹੁਣ ਮੈਂ ਕੀ ਕਰੂੰਗਾ, ਇਹਨਾਂ ਨੂੰ ਪਲੱਸ ਕਰੂੰਗਾ ਤੇ ਇਹਨਾਂ ਨੂੰ ਇਕੁਏਟ ਕਿਹਦੇ ਕਰਾਂਗੇ, ਇਹ ਐਵਰੇਜ ਹੈ, ਆਪਾਂ ਸਮ ਦੇ ਨਾਲ ਇਕੁਏਟ ਕਰਾਂਗੇ। ਠੀਕ ਹੈ, ਸਮ ਕੀ ਆਊਗਾ, ਧਿਆਨ ਨਾਲ ਦੇਖੋ 27200 × 4। ਇਹਦੀ ਕੈਲਕੂਲੇਸ਼ਨ ਨਹੀਂ ਕਰਦੇ ਹਜੇ, ਇਹਦਾ ਸਮ ਆ ਗਿਆ। ਸੋ ਤੁਸੀਂ ਦੇਖੋ 1x ਇੱਥੇ 1x ਇੱਥੇ, ਟੋਟਲ ਕਿੰਨੇ 4x ਹੈ। ਟੋਟਲ ਕਿੰਨੇ ਹੈ ਸਾਡੇ ਕੋਲ 4x, ਤਾਂ ਮੈਂ ਲਿਖੂੰਗਾ 4x + 1000 ਤੇ 4 ਕਿੰਨੇ ਹੁੰਦੇ 1400। 1400 ਤੇ 800 ਕਿੰਨੇ ਹੁੰਦੇ ਆ 2200 ਤੇ 10 ਮਤਲਬ 1000 ਕਿੰਨੇ ਹੋ ਗਏ 3200। ਇਹਨਾਂ ਦਾ ਸਾਰਿਆਂ ਦਾ ਸਮ ਕੀਤਾ x + x + x + x 4x 1800 2800 28 ਤੇ 4 3200 ਜੋ ਹੈ ਇੱਥੇ ਮੈਂ ਲਿਖ ਦਿੱਤਾ। ਹੁਣ ਇਹ ਸਾਰਿਆਂ ਦਾ ਸਮ ਕਰ ਦਿੱਤਾ। ਇਹ ਸਮ ਕਿਹਦੇ ਬਰਾਬਰ ਹੋਊਗਾ, ਇਹਦੇ 27200 × 4। ਠੀਕ ਹੈ ਜੀ, ਹੁਣ ਕੀ ਕਰਨਾ, ਅਸੀਂ 3200 ਮਾਈਨਸ ਕਰਨਾ, ਮਲਟੀਪਲਾਈ ਕਰ ਲੈਣੇ। 4 ਨੂੰ 0 ਨਾਲ ਕਰਾਂਗੇ 0, 4 ਨੂੰ 0, 4 2 = 8, 4 7 = 28, 2 ਕੈਰੀ ਹੋ ਗਿਆ ਐਂਡ 4 2 = 8। ਇੱਥੇ ਮੇਰੇ ਕੋਲ ਆ ਗਿਆ ਚੀਜ਼। ਹੁਣ 4x ਦੀ ਵੈਲਿਊ ਕਿੰਨੀ ਹੋਊਗੀ, 3200 ਇੱਥੇ ਆ ਕੇ ਮਾਈਨਸ ਕਰ ਦਾਂਗੇ, ਇੱਥੇ 3200 ਮਾਈਨਸ ਕਰਾਂਗੇ, ਕਿੰਨਾ ਆ ਗਿਆ ਮੇਰੇ ਕੋਲ 5600। ਇੱਥੇ ਆ ਗਿਆ 10। x ਦੀ ਵੈਲਿਊ ਕਿੰਨੀ ਆਊਗੀ 105,600/4। 4 ਦੇ 2 ਦੇ ਟੇਬਲ ਦੇ ਵਿੱਚ 8 ਬਚਿਆ 24, 4 6 ਦਾ 24 ਬਚਿਆ 16, 4 4 ਦਾ 16। ਸਾਡੇ ਕੋਲ ਆਂਸਰ ਆਊਗਾ 26,400। ਹੁਣ ਤੁਸੀਂ ਦੇਖੋ ਨੇ ਮੈਨੂੰ ਪੁੱਛਿਆ ਕੀ ਹੈ, C ਦੀ ਸੈਲਰੀ ਪੁੱਛੀ ਹੈ। C ਦੀ ਸੈਲਰੀ ਕਿੰਨੀ ਹੈ x + 400। ਤੁਸੀਂ ਇਹਦੇ ਵਿੱਚ 400 ਹੋਰ ਐਡ ਕਰ ਦਿਓ, ਕਿੰਨਾ ਆ ਗਿਆ
26,800 कितना आ गया 26,800 जो कि साडा ऑप्शन है बी। ठीक है जी, चलो नेक्स्ट क्वेश्चन देखते हैं। एवरेज वेट ऑफ 25 स्टूडेंट्स क्लास वाज 45.6 kg। सो 25 स्टूडेंट्स है क्लास ਦੇ ਵਿੱਚ ਜਿਨ੍ਹਾਂ ਦਾ ਐਵਰੇਜ weight ਜੋ ਹੈ ਉਹ ਕਿੰਨਾ ਵਾ 45.6। A student left the class and the average weight was reduced by 45.4 kg. However, the next day a new student joined and the average weight of class rose to 45.7 kg. What was the sum of the weights of the ठीक है। सो ਇਹ 'ਚ ਕੀ ਕਹਿ ਰਿਹਾ ਵਾ ਕਿ ਇੱਕ ਕਲਾਸ ਹੈ ਜਿਹਦੇ ਵਿੱਚ 25 ਸਟੂਡੈਂਟਸ ਹੈ n ਉਹਨਾਂ ਦੀ ਐਵਰੇਜ ਦਿੱਤੀ ਹੋਈ ਹੈ। ਇੱਕ ਦਿਨ ਇੱਕ ਬੱਚਾ ਕਲਾਸ ਨੂੰ ਛੱਡ ਕੇ ਚਲੇ ਗਿਆ ਜਿਹਦੇ ਕਰਕੇ ਐਵਰੇਜ ਜਿਹੜੀ ਹੈ ਉਹ ਕਿੰਨੀ ਰਹਿ ਗਈ ਘਟ ਕੇ ਹੋ ਗਈ 45.4। ਹੁਣ ਇਹਦੇ ਵਿੱਚੋਂ ਮੈਂ ਨਿਕਾਲਣਾ ਕਿ ਜਿਹੜਾ ਪਰਸਨ ਛੱਡ ਕੇ ਗਿਆ ਵਾ ਉਹਦਾ weight ਕਿੰਨਾ ਹੋਊਗਾ। ਠੀਕ ਹੈ, ਫਿਰ ਉਸ ਤੋਂ ਅਗਲੇ ਦਿਨ ਕੀ ਹੋਇਆ ਇੱਕ ਪਰਸਨ ਹੋਰ ਐਡ ਹੋ ਗਿਆ, ਇੱਥੇ ਤੱਕ ਕੀ ਹੋਇਆ -1 ਹੋ ਗਿਆ, ਫਿਰ ਇੱਥੇ ਕੀ ਹੋ ਗਿਆ +1 ਇੱਕ ਪਰਸਨ ਹੋਰ ਐਡ ਹੋ ਗਿਆ ਜਿਹਦੀ ਐਵਰੇਜ weight ਆਫ ਕਲਾਸ ਰੋਜ਼ ਟੂ ਫਿਰ ਐਵਰੇਜ ਵੱਧ ਕੇ ਕਿੰਨੀ ਹੋ ਗਈ 45.7। ਤੇ ਅਸੀਂ ਦੇਖਣਾ ਵਾ ਕਿ ਜਿਹੜਾ ਪਰਸਨ ਆਇਆ ਵਾ ਉਹਦਾ weight ਕਿੰਨਾ ਵਾ ਤੇ ਦੋਨਾਂ ਦਾ ਜਿਹੜਾ ਜੋ ਵੀ ਦੋਨਾਂ ਦਾ weight ਹੈ ਉਹਦਾ ਅਸੀਂ ਸਮ ਨਿਕਾਲਣਾ ਵਾ। ਠੀਕ ਹੈ, ਸੋ ਕਲਾਸ ਚੋਂ ਇੱਕ ਦਿਨ ਇੱਕ ਬੱਚਾ ਗਿਆ, ਅਗਲੇ ਦਿਨ ਦੂਸਰਾ ਬੱਚਾ ਆ ਗਿਆ, ਜਿਹੜਾ ਬੱਚਾ ਗਿਆ ਸੀ ਤੇ ਜਿਹੜਾ ਬੱਚਾ ਆਇਆ ਉਹਨਾਂ ਦੇ ਜਿਹੜਾ weight ਹੈ ਉਹਦਾ ਸਮ ਦੱਸਣਾ ਵਾ ਮੈਨੂੰ ਕਿੰਨਾ ਹੋਊਗਾ। ਠੀਕ ਹੈ ਜੀ, ਸਮਝ ਗਏ। ਹੁਣ ਧਿਆਨ ਨਾਲ ਦੇਖਿਓ ਜਰਾ 25 ਸਟੂਡੈਂਟਸ ਦੀ ਜਿਹੜੀ ਐਵਰੇਜ ਹੈ ਉਹ ਕਿੰਨੀ ਹੈ 45.6। ਜਦੋਂ ਇਹ ਬੱਚਾ ਗਿਆ ਇਹ ਆਇਆ ਵਾ ਇਹ ਗਿਆ ਤਾਂ ਤੁਸੀਂ ਦੇਖੋ ਐਵਰੇਜ ਘਟ ਗਈ। ਘਟਣ ਦਾ ਮਤਲਬ ਕੀ ਹੁੰਦਾ ਵਾ ਕਿ ਉਹਦਾ weight ਐਵਰੇਜ ਤੋਂ ਜ਼ਿਆਦਾ ਸੀਗਾ। ਠੀਕ ਹੈ, ਇਹਨੂੰ ਏਦਾਂ ਸਮਝੋ ਕਿ ਅਗਰ ਮੰਨ ਲਓ ਇੱਕ ਬੱਚਾ ਕਲਾਸ ਚੋਂ ਗਿਆ, ਇੱਕ ਬੱਚਾ ਕਲਾਸ ਚੋਂ ਗਿਆ ਇੱਕ ਬੱਚਾ ਕਲਾਸ ਚੋਂ ਗਿਆ ਤੇ ਉਹਦਾ ਮੰਨ ਲੈਂਦੇ ਆ ਕਿ ਜੋ weight ਹੈ ਅਗਰ ਉਹ 45.6 ਹੀ ਹੁੰਦਾ, ਕਿੰਨਾ ਹੁੰਦਾ 45.6 ਹੀ ਹੁੰਦਾ ਤਾਂ ਐਵਰੇਜ ਜਿਹੜੀ ਹੈ ਉਹ ਕਿੰਨੀ ਮੇਨਟੇਨ ਰਹਿਣੀ ਸੀਗੀ 45.6 ਹੀ। ਕਿੰਨੀ ਮੇਨਟੇਨ ਰਹਿਣੀ ਸੀ 45.6 ਹੀ, ਇੰਨੀ ਐਵਰੇਜ ਰਹਿਣੀ ਸੀਗੀ। ਕਹਿਣ ਦਾ ਮਤਲਬ ਹੈ ਕਿ ਤੁਹਾਡੇ ਅਗਰ 5 ਸਬਜੈਕਟਾਂ 'ਚ 80% ਹੈ, ਇੱਕ ਸਬਜੈਕਟ ਬਾਹਰ ਕੱਢ ਦਿੱਤਾ ਜਾਵੇ ਜਿਹਦੇ 'ਚ ਮਾਰਕਸ ਵੀ 80 ਸੀਗੇ ਤਾਂ ਤੁਹਾਡੀ ਪਰਸੈਂਟੇਜ 4 ਸਬਜੈਕਟਸ ਦੀ 80 ਹੀ ਰਹੂਗੀ। ਸੋ ਅਸੀਂ ਮੰਨ ਲੈਂਦੇ ਕਿ ਉਹਦਾ ਭਾਰ ਕਿੰਨਾ ਸੀ 45.6 ਪਰ ਐਕਚੁਅਲ 'ਚ ਹੋਇਆ ਕਿ 2 ਪੁਆਇੰਟ ਐਵਰੇਜ ਘਟ ਗਈ। 2 ਪੁਆਇੰਟ ਐਵਰੇਜ ਘਟਣ ਦਾ ਮਤਲਬ ਕੀ ਹੈ ਇਹ ਡਾਟਾ ਦੇ ਵਿੱਚ ਜਿਹੜਾ ਡਾਟਾ ਬਚ ਗਿਆ ਉਹਦੇ ਵਿੱਚ ਕਿੰਨੀ ਐਵਰੇਜ ਘਟ ਗਈ 0.2। ਇਹਦਾ ਮਤਲਬ ਇਹ 24 ਦੇ 24% ਜਿਹੜੇ ਸੀਗੇ ਇਹਨਾਂ ਦਾ ਭਾਰ 0.2 ਤੋਂ ਘਟ ਗਿਆ। ਸੋ 24 ਬੱਚਿਆਂ ਦਾ 0.2 ਤੋਂ ਘਟ ਗਿਆ। ਇਹਦਾ ਮਤਲਬ ਕੀ ਹੈ ਕਿ 24 × 2 ਕਿੰਨਾ ਹੁੰਦਾ ਵਾ 48। ਇਹਦਾ ਮਤਲਬ ਜਿਹੜਾ ਪਰਸਨ ਗਿਆ ਵਾ ਉਹਦਾ weight ਐਵਰੇਜ ਤੋਂ 4.8 kg ਜ਼ਿਆਦਾ ਸੀਗਾ। ਅਗਰ ਤਾਂ ਐਵਰੇਜ ਵਾਲੇ weight ਵਾਲਾ ਪਰਸਨ ਜਾਂਦਾ ਤਾਂ ਐਵਰੇਜ ਮੇਨਟੇਨ ਰਹਿੰਦੀ, ਕਿਉਂਕਿ ਹੁਣ ਐਵਰੇਜ ਘਟ ਗਈ 0.2 ਤੋਂ, ਐਵਰੇਜ ਘਟ ਗਈ ਹੈ 0.2 ਤੋਂ। ਠੀਕ ਹੈ, ਐਵਰੇਜ ਘਟ ਗਈ 0.2 ਤੋਂ। ਇਹਦਾ ਮਤਲਬ ਕਿ ਸਾਰੀਆਂ ਆਬਜ਼ਰਵੇਸ਼ਨ 0.2 ਤੋਂ ਘਟ ਗਈਆਂ। ਸੋ ਸਾਰੀਆਂ ਘਟਣ ਦਾ ਮਤਲਬ ਕੀ ਹੈ 4.8 kg ਘਟਿਆ ਟੋਟਲ। ਸੋ 4.8 kg ਇਹਦਾ weight ਹੋਰ ਜ਼ਿਆਦਾ ਸੀਗਾ 4.8। ਸੋ ਜਿਹੜਾ ਪਰਸਨ ਗਿਆ ਉਹਦਾ weight ਸੀਗਾ 50.4। ਸੋ ਜਿਹੜਾ ਪਰਸਨ ਗਰੁੱਪ ਨੂੰ ਛੱਡ ਕੇ ਗਿਆ ਸੀਗਾ ਉਹਦਾ weight ਆ ਗਿਆ 50.4। ਠੀਕ ਹੈ, ਹੁਣ ਅਸੀਂ ਇੱਥੇ ਦੇਖਦੇ ਹਾਂ ਇੱਕ ਪਰਸਨ ਦੇ ਜਾਣ ਤੋਂ ਬਾਅਦ 24% ਜਿਹੜੇ ਰਹਿ ਗਏ ਉਹਨਾਂ ਦੀ ਐਵਰੇਜ ਕਿੰਨੀ ਬਣ ਗਈ 45.4। ਹੁਣ ਇੱਕ ਪਰਸਨ ਆਇਆ ਤਾਂ ਐਵਰੇਜ ਕਿੰਨੀ ਹੋਗੀ ਦੇਖਣੀ। ਹੁਣ ਅਗਰ ਮੰਨ ਲਓ ਕਿ ਜਿਹੜਾ ਪਰਸਨ ਆਇਆ ਉਹਦਾ weight 45.4 ਹੀ ਹੁੰਦਾ ਜਿੰਨੀ ਐਵਰੇਜ ਦਿੱਤੀ ਹੋਈ ਹੈ ਤਾਂ ਐਵਰੇਜ ਸਾਡੀ ਮੇਨਟੇਨ ਰਹਿਣੀ ਸੀ ਕਿੰਨੀ 45.4। ਇੰਨੀ ਐਵਰੇਜ ਮੇਨਟੇਨ ਰਹਿੰਦੀ ਅਗਰ ਉਹਦਾ ਭਾਰ ਇੰਨਾ ਹੁੰਦਾ। ਪਰ ਐਕਚੁਅਲ 'ਚ ਹੋਇਆ ਕਿ ਐਵਰੇਜ ਜਿਹੜੀ ਹੈ ਉਹ 0.3 ਤੋਂ ਵੱਧ ਗਈ। ਐਵਰੇਜ ਵਧਣ ਦਾ ਮਤਲਬ ਹੁੰਦਾ ਕਿ ਇਹ 25 ਦੇ 25% 0.3 ਤੋਂ ਵੱਧ ਗਏ। ਸੋ 25% ਅਗਰ 0.3 ਤੋਂ ਵਧੂਗੇ 25 × 3 ਕਿੰਨਾ ਹੁੰਦਾ 75। ਇਹਦਾ ਮਤਲਬ ਕੀ ਹੈ ਕਿ ਉਹਦਾ ਭਾਰ 7.5 ਕਿਲੋ ਜ਼ਿਆਦਾ ਸੀ ਐਵਰੇਜ ਤੋਂ 7.5 ਕਿਲੋ। ਤੁਹਾਡਾ ਆਨਸਰ ਕਿੰਨਾ ਆ ਗਿਆ 9।
7 5 12 52.9 कितना आ गया 52.9। तो ਜਿਹੜਾ ਪਰਸਨ ਇੱਥੇ ਆਇਆ ਉਹਦਾ weight ਹੈ 52.9। ਠੀਕ ਹੈ, ਹੁਣ ਦੋ ਹੀ ਪਰਸਨ ਸੀ ਸਾਡੇ ਕੋਲ, ਇੱਕ ਪਰਸਨ ਜਿਹੜਾ ਗਿਆ ਉਹਦਾ weight ਸੀਗਾ 50.4, ਜਿਹੜਾ ਉਹਦੀ ਜਗ੍ਹਾ ਤੇ ਆਇਆ ਉਹਦਾ ਭਾਰ ਹੈ 52.9। ਸਾਡਾ ਆਨਸਰ ਕੀ ਹੋਊਗਾ 103.3 ਜੋ ਕਿ ਸਾਡਾ ਫਸਟ ਆਪਸ਼ਨ ਹੈ। 103.3 ਕੀ ਹੈ ਸਾਡਾ ਫਸਟ ਆਪਸ਼ਨ ਹੈ, ਇਹ ਇਹਨਾਂ ਦਾ weight ਹੈ। ਠੀਕ ਹੈ ਜੀ, ਦੇਖੋ ਮਲਟੀਪਲਾਈ ਕਰਕੇ ਵੀ ਆਂਸਰ ਨਿਕਾਲ ਸਕਦੇ ਹੋ, ਉਹ ਜ਼ਿਆਦਾ ਟੀਡੀਐਸ ਮੈਥਡ ਹੈ। ਇਹ ਬੜਾ ਈਜ਼ੀ ਮੈਥਡ ਹੈ ਕਿ ਐਵਰੇਜ ਮੇਨਟੇਨ ਕਰਕੇ ਚੱਲੋ ਕਿ ਐਵਰੇਜ ਮੇਨਟੇਨ ਵਾਲਾ ਪਰਸਨ ਬਾਹਰ ਗਿਆ, ਅਗਰ ਤਾਂ ਪਿੱਛੇ ਐਵਰੇਜ ਘਟ ਗਈ ਇਹਦਾ ਮਤਲਬ ਉਹਦਾ ਭਾਰ ਜ਼ਿਆਦਾ ਸੀਗਾ। ਕਿੰਨਾ ਜ਼ਿਆਦਾ ਸੀਗਾ ਤੁਸੀਂ ਦੇਖੋ ਐਵਰੇਜ ਕਿੰਨੀ ਚੇਂਜ ਹੋਈ, ਟੋਟਲ ਆਬਜ਼ਰਵੇਸ਼ਨਸ ਦੇ ਨਾਲ ਮਲਟੀਪਲਾਈ ਕਰ ਦਿਓ। ਸਿਮਿਲਰਲੀ ਜਦੋਂ ਪਰਸਨ ਆਇਆ ਉਹਨੇ ਐਵਰੇਜ ਵਧਾਤੀ, ਅਗਰ ਉਹਦਾ ਐਵਰੇਜ ਜਿੰਨਾ ਹੀ weight ਹੁੰਦਾ ਉਹਨਾਂ weight ਲਿਖ ਲਓ, ਪਲੱਸ ਕਿੰਨਾ ਵਧਾਇਆ ਸਾਰੀਆਂ ਆਬਜ਼ਰਵੇਸ਼ਨ 'ਚ ਕਿੰਨਾ ਚੇਂਜ ਆਇਆ ਮਲਟੀਪਲਾਈ ਕਰਕੇ ਅਸੀਂ ਐਡ ਕਰ ਦਾਂਗੇ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਵਟ ਇਜ਼ ਦ ਅਰਥਮੈਟਿਕ ਮੀਨ ਆਫ 2 ones? 2 ones ਦਾ ਮਤਲਬ ਹੁੰਦਾ ਕਿ ਜਿਹੜਾ ਇੱਕ ਹੈ ਉਹ ਦੋ ਵਾਰ ਲਿਖਾਂਗੇ। ਠੀਕ ਹੈ, 2 ones 3 twos, 3 twos ਦਾ ਮਤਲਬ ਹੁੰਦਾ ਆ ਚੀਜ਼। ਸੋ ਤੁਸੀਂ ਅਗਰ ਦੇਖੋਗੇ ਤਾਂ ਇਹ 2 ਲਿਖਿਆ ਵਾ 2 3 4 5 ਤੇ 6, ਇਹ ਸਾਰੀਆਂ ਆਬਜ਼ਰਵੇਸ਼ਨਸ ਹੈ। ਸੋ ਅਗਰ ਮੈਂ ਐਵਰੇਜ ਨਿਕਾਲਣੀ ਹੈ ਤਾਂ ਐਵਰੇਜ ਦੇ ਵਿੱਚ ਕੀ ਹੋਊਗਾ ਸਮ ਅਪੋਨ ਨੰਬਰ ਆਫ ਆਬਜ਼ਰਵੇਸ਼ਨਸ। ਨੰਬਰ ਆਫ ਆਬਜ਼ਰਵੇਸ਼ਨਸ ਇਦਾਂ ਹੀ ਕਾਊਂਟ ਕਰ ਲਓ। 6 5 ਦਾ ਮਤਲਬ ਹੁੰਦਾ ਕਿ 5 ਜਿਹੜੇ ਆ 6 ਵਾਰ ਲਿਖਣੇ ਆ। ਸੋ 6 ਵਾਰ ਲਿਖਣੇ ਤਾਂ 6 5 11, 11 ਤੇ 4 11 4 15, 3 18 ਤੇ 2 20। ਠੀਕ ਹੈ, ਸੋ 6 5 11, 11 ਤੇ 4 15, 3 18 ਤੇ 2 20। ਸੋ ਨੰਬਰ ਆਫ ਆਬਜ਼ਰਵੇਸ਼ਨ ਜਿਹੜੀਆਂ ਵਾ ਉਹ 20 ਹੈ ਸਾਡੇ ਕੋਲ। ਠੀਕ ਹੈ ਜੀ, ਹੁਣ ਕੀ ਕਰਨਾ ਵਾ, ਹੁਣ ਧਿਆਨ ਨਾਲ ਦੇਖੋ ਇੱਥੇ ਕੀ ਕਹਿ ਰਿਹਾ ਵਾ 3 ਕਿੰਨੀ ਵਾਰ ਹੈ 3 ਹੈ 4 ਟਾਈਮਸ। ਠੀਕ ਹੈ 4 ਟਾਈਮਸ, ਇਹਦਾ ਮਤਲਬ 3 + 3 + 3 + 3 5 ਕਿੰਨੀ ਵਾਰ ਹੈ 4 ਟਾਈਮਸ। ਦੇਖੋ ਐਸਾ ਡਾਟਾ ਲਿਖਣਾ ਨਹੀਂ ਹੈ, ਤੁਹਾਨੂੰ ਮੈਂ ਦੱਸ ਰਿਹਾ ਇਹਦਾ ਮਤਲਬ ਕੀ ਹੈ। ਐਕਚੁਅਲ ਚ ਕਰਨਾ ਕੀ ਹੈ ਕਿ 2 1 ਅਗਰ 2 ਟਾਈਮਸ ਹੈ, 1 ਅਗਰ 2 ਟਾਈਮਸ ਹੈ ਤਾਂ 1 × 2 ਕਿੰਨਾ ਹੁੰਦਾ ਵਾ 2, ਪਲੱਸ 3 ਅਗਰ 2 ਟਾਈਮਸ ਹੈ ਤਾਂ 3 × 2 ਕਿੰਨਾ ਹੁੰਦਾ ਵਾ 6, 4 ਅਗਰ 3 ਟਾਈਮਸ ਹੈ ਤਾਂ 4 × 3 is 12, ਪਲੱਸ 5 × 4 is 20, ਪਲੱਸ 5 × 6 is 30। ਇਹ ਤੁਹਾਡੇ ਕੋਲ ਸਮ ਆ ਗਿਆ, ਇਹ ਤੁਹਾਡੇ ਕੋਲ ਕੀ ਆ ਗਿਆ ਸਮ ਆ ਗਿਆ। ਠੀਕ ਹੈ, ਸੋ 30 + 20 is 50, 50 + 10 is 60, ਬਾਕੀ ਮਿਲਾ ਕੇ ਕਿੰਨਾ ਆ ਗਿਆ 70। तो साडा आंसर कितना आऊगा 7/2, दैट मीनस 3.5 कितना आ गया 3.5। ठीक है, स्मार्टली करना वा, इदा लिखने की लोड़ नहीं, बस मैं तुहानू दस रहा वा इहदा मतलब की है। ठीक है जी, पिक्चराइजेशन दे विच एक्चुअल दे विच की करना वा, इन्हां नू मल्टीप्लाई करके ऊपर सम लिख देना वा, नीचे वाली ऑब्जर्वेशन को प्लस करना। ठीक है, चलो नेक्स्ट क्वेश्चन देखते हैं। नेक्स्ट क्वेश्चन कह रहा है द एवरेज ऑफ 25 नंबर्स इज 18 इफ द एवरेज ऑफ द फर्स्ट 12 नंबर्स इज। देखो ध्यान ना, इदां दे क्वेश्चंस भी बहुत बार पूछे जाते हैं। कहता कि 25 नंबर जो n है उन्हां दी जो एवरेज है वो साडे को कितनी है, वो एवरेज है साडे को 18। ठीक है, इन्हां दा सम लिखते हैं इत्थे। इफ द एवरेज ऑफ द फर्स्ट 12 नंबर्स इज 14 एंड दैट ऑफ द लास्ट 12 नंबर्स इज 17 देन फाइंड द 13th नंबर। 12 ਦੇ 12 24, ਇੱਕ ਨੰਬਰ ਮਿਸਿੰਗ ਹੈ ਉਹਦੀ ਵੈਲਿਊ ਦੱਸ ਦਿਓ। ਬੜਾ ਈਜ਼ੀ ਹੈ, ਇਹਦਾ ਸਮ ਕੀ ਹੋਊਗਾ 25 ਨੂੰ ਕਿਸੇ ਵੀ ਨੰਬਰ ਨਾਲ ਮਲਟੀਪਲਾਈ ਕਰਨਾ ਹੋਵੇ, ਜਿਸ ਵੀ ਨੰਬਰ ਨਾਲ ਅਸੀਂ ਮਲਟੀਪਲਾਈ ਕਰਨਾ ਹੁੰਦਾ ਵਾ ਉਸ ਨੰਬਰ ਨੂੰ 4 ਦੇ ਮਲਟੀਪਲ ਚ ਚੈੱਕ ਕਰਨਾ ਹੁੰਦਾ ਅਸੀਂ। ਜਿੱਦਾਂ ਕਿ ਇਹ 18 ਹੈ, ਇਹ ਕਿਹੜਾ 4 ਦਾ ਮਲਟੀਪਲ ਹੈ 4 × 4 16 ਤੇ 2 ਜ਼ਿਆਦਾ ਹੈ। ਠੀਕ ਹੈ, 18 ਬਣਾਉਣ ਲਈ, ਕਿਉਂਕਿ ਮੈਂ 4 ਨਾਲ ਕਿਉਂ ਚੈੱਕ ਕਰ ਰਿਹਾ, ਕਿਉਂਕਿ ਹਰ 4 ਨੰਬਰ 25 ਜਦੋਂ 4 ਵਾਰ ਹੋਊਗਾ ਤਾਂ 100 ਬਣਾਉਂਦਾ ਵਾ। ਸੋ ਇੱਥੇ 16 ਨਜ਼ਰ ਆ ਰਿਹਾ, ਮਤਲਬ 400 ਤਾਂ ਉਹੀ ਬਣਾਊਂਗਾ, 2 ਵਾਰ 50 ਐਕਸਟਰਾ ਹੈ ਤਾਂ ਇੱਥੇ ਆਊਗਾ 450। 25 ਨੂੰ ਜਦੋਂ ਮੈਂ 4 ਨਾਲ ਮਲਟੀਪਲਾਈ ਕਰਦਾ ਵਾ ਤਾਂ 100 ਬਣਦਾ ਵਾ, ਹਰ 100 ਦੇ ਵਿੱਚ 4 ਵਾਰ 25 ਹੈ। ਅਗਰ ਮੈਂ 8 ਨਾਲ ਕਰੂੰਗਾ ਤਾਂ ਕਿੰਨਾ ਹੋਊਗਾ 200। ਇਦਾਂ ਹੀ ਅਗਰ ਮੈਂ 16 ਨਾਲ ਕਰੂੰਗਾ ਤਾਂ ਕਿੰਨਾ ਹੋਊਗਾ 400। 16 ਨਾਲ ਨਹੀਂ ਮਲਟੀਪਲਾਈ ਕਰਨਾ ਸੀ, 18 ਨਾਲ ਕਰਨਾ ਸੀ, 2 ਵਾਰ 25 ਐਕਸਟਰਾ ਵਾ, 25 + 25 50, ਇੱਥੇ 50 ਆ ਗਿਆ। ਹੁਣ 12 ਨੂੰ 14 ਨਾਲ ਕਰਨਾ, 12 ਨੂੰ 12 ਨਾਲ ਵੀ ਕਰਨਾ ਵਾ, 12 ਦਾ ਸਕੁਅਰ ਕਿੰਨਾ ਹੁੰਦਾ ਵਾ 144 ਤੇ 12 ਨੂੰ 2 ਵਾਰ ਕਰਨਾ, ਇੱਥੇ ਕਿੰਨਾ ਆ ਜਾਊਗਾ 24, ਇੱਥੇ ਆ ਜਾਊਗਾ 168। ਠੀਕ ਹੈ ਜੀ, ਇਹਨੂੰ ਰੱਬ ਕਰ ਦਿੰਦੇ। ਹੁਣ ਹੈ ਸਾਡੇ ਕੋਲ 12 ਨੂੰ 17 ਨਾਲ ਕਰਨਾ, ਸੋ 17 ਨੂੰ ਅਗਰ ਮੈਂ 10 ਨਾਲ ਕਰੂੰਗਾ ਤਾਂ 170, 17 ਨੂੰ 2 ਨਾਲ ਕਰਾਂਗੇ ਤਾਂ 34, 34 ਇੱਥੇ ਆ ਗਿਆ 402 204। ਸੋ ਹੁਣ ਅਸੀਂ ਕੀ ਕਰਨਾ ਵਾ ਕਿ ਇਹਨਾਂ ਦਾ ਸਮ ਲਿਖਣਾ ਵਾ, ਇਹਨਾਂ ਦਾ ਸਮ ਲਿਖ ਲਓ ਕਿੰਨਾ ਵਾ 2
372 ਕਿੰਨਾ ਸਮ ਆ ਗਿਆ 372। ਹੁਣ ਇਹਦਾ ਸਮ 450 ਹੈ, ਇਹਦਾ ਸਮ 372 ਹੈ, ਮਤਲਬ 24 ਆਈਟਮਸ ਆਬਜ਼ਰਵੇਸ਼ਨਸ ਦਾ ਸਮ ਇੰਨਾ ਵਾ, 25 ਦਾ ਇੰਨਾ ਵਾ, ਇਹਨਾਂ ਦਾ ਡਿਫਰੈਂਸ ਸਾਡਾ ਆਂਸਰ ਹੈ। 450 ਦੇ ਵਿੱਚ अगर मैं 372 माइनस करूंगा तो मेरा आंसर कितना आएगा, या तो इन्हों माइनस कर लो या देख लो कि 400 से ये कितना ज्यादा है 50 और ये 400 से कितना कम है 28, तो मेरा आंसर होगा 78। क्या आंसर होगा 78, डी ऑप्शन। ठीक है जी, चलो नेक्स्ट क्वेश्चन देखते हैं। A typist can type a sheet in 6 minutes। ए टाइपिस्ट है वो एक शीट ਨੂੰ ਟਾਈਪ ਕਰਦਾ ਵਾ 6 ਮਿੰਟਸ ਦੇ ਵਿੱਚ। ਟਾਈਪਿਸਟ ਬੀ can type the same sheet means one sheet in 12 minutes and typist C टाइप द सेम शीट इन 8 मिनट्स। ਇਹਦਾ ਮਤਲਬ ਕੀ ਹੈ ਕਿ ਇੱਕ ਸ਼ੀਟ ਨੂੰ ਟਾਈਪ ਕਰਨ ਲਈ A ਨੂੰ 6 ਮਿੰਟ ਲੱਗਦੇ ਆ, ਇਹਨੂੰ 12 ਮਿੰਟ ਲੱਗਦੇ ਆ ਤੇ ਇਹਨੂੰ ਲੱਗਦੇ ਆ 8 ਮਿੰਟ। ਵਟ ਇਜ਼ ਦ ਐਵਰੇਜ ਨੰਬਰ ਆਫ ਸ਼ੀਟਸ ਟਾਈਪਡ ਪਰ ਆਰ ਪਰ ਟਾਈਪਿਸਟ। ਉਹ ਕਹਿੰਦਾ ਕਿ ਸਾਰੇ ਜਾਣੇ ਨੂੰ ਅਗਰ ਮੈਂ 1 ਘੰਟੇ ਲਈ ਟਾਈਪਿੰਗ ਦਵਾਂ ਤਾਂ ਸਾਡੇ ਕੋਲ ਐਵਰੇਜ ਸ਼ੀਟਸ ਕਿੰਨੀਆਂ ਬਣ ਕੇ ਆਉਂਗੀਆਂ। ਪਹਿਲਾਂ ਟੋਟਲ ਕਰ ਲੈਂਦੇ ਆ, ਫਿਰ ਉਹਨੂੰ 3 ਨਾਲ ਡਿਵਾਈਡ ਕਰਕੇ ਐਵਰੇਜ ਕਰ ਲਾਂਗੇ। ਹੁਣ ਤੁਸੀਂ ਧਿਆਨ ਨਾਲ ਦੇਖਿਓ, ਇੱਕ ਸ਼ੀਟ 6 ਮਿੰਟ। ਉਹਨੇ ਕੀ ਪੁੱਛਿਆ ਪਰ ਆਰ, ਕੀ ਪੁੱਛਿਆ ਪਰ ਆਰ। ਪਰ ਆਰ ਦਾ ਮਤਲਬ ਕਿੰਨਾ ਹੁੰਦਾ 60। ਤਾਂ 60 ਬਣਾਉਣ ਲਈ 10 ਨਾਲ ਮਲਟੀਪਲਾਈ ਕਰਾਂਗੇ। ਇਹਦਾ ਮਤਲਬ ਸ਼ੀਟਸ ਕਿੰਨੀਆਂ ਆਉਂਗੀਆਂ 10। ਇਹਦਾ ਮਤਲਬ ਇਹ ਜਿਹੜਾ ਵਾ ਉਹ 1 ਘੰਟੇ ਦੇ ਵਿੱਚ 10 ਸ਼ੀਟਸ ਬਣਾ ਕੇ ਦਊਂਗਾ। ਸਮਝ ਗਏ। ਹੁਣ ਇੱਥੇ 12 ਮਿੰਟ ਲਗਾ ਰਿਹਾ ਵਾ, 12 ਨੂੰ 60 ਬਣਾਉਣਾ ਵਾ, 12 ਨੂੰ 5 ਨਾਲ ਮਲਟੀਪਲਾਈ ਕਰਾਂਗੇ ਤਾਂ 60, ਇਹਨੂੰ 5 ਨਾਲ ਕਰਾਂਗੇ ਤਾਂ ਮਤਲਬ B ਜੋ ਹੈ 5 ਸ਼ੀਟਸ ਬਣਾਉਂਗਾ। ਦੇਖੋ ਟਾਈਮ ਵੀ ਡਬਲ ਲੈ ਰਿਹਾ ਵਾ ਤਾਂ ਸ਼ੀਟਸ ਹਾਫ ਹੋ ਜਾਊਗੀਆਂ। 8 ਨੂੰ 60 ਬਣਾਉਣਾ ਹੋਵੇ ਤਾਂ ਕਿੰਨਾ ਮਲਟੀਪਲਾਈ ਕਰਦਾ। ਦੇਖੋ 8 ਦਾ ਕਿਹੜਾ ਟੇਬਲ ਹੈ ਜਿਹੜਾ 60 ਦੇ ਨਜ਼ਦੀਕ ਹੈ, 8 7 ਜਾਂ 56। तो 7 ਨਾਲ ਤਾਂ ਮਲਟੀਪਲਾਈ ਕਰਾਂਗੇ, ਬਚੂਗਾ ਕਿ 4 और 8 ਦਾ ਅੱਧਾ ਹੁੰਦਾ 4, तो ਇੱਥੇ ਆਇਆ ਨਾ 7.5, तो ये बनाएगा 7.5। ठीक है जी। सो अब मेरे को क्या करना है, इनको प्लस करना है। 10 5 15, 15 7 22 और यहाँ पे आ गया 22.5। 22.5 जो है वो क्या है सम, और इसको 3 टाइपिस्ट है, डिवाइड कर दो, मेरा आंसर आ जाएगा 7.5। क्या आंसर आएगा 7.5। सी ऑप्शन हमारा आंसर है। ठीक है जी। चलो, आपने एग्जाम में इतनी सारी चीजें लिखनी नहीं होती, मेरे को समझाना है इसलिए मैं लिख रहा हूं। द एवरेज वेट ऑफ 11 पीपल सिटिंग ऑन द बोट इज 70 kg। सो एक बोट है उसमें 11 पर्सन बैठे हैं, उनकी जो एवरेज है वो कितनी है 70 है। किसकी, वेट की एवरेज। ठीक है, एक बोट है 11 लोग बैठे हैं, उन्होंने ਜਿਹੜਾ औसत एवरेज वेट है 70 किलो है। इफ वन पर्सन गेट्स डाउन, एक पर्सन अगर उतर जाता है तो एवरेज वेट ऑफ द रिमेनिंग पीपल इज 73। तो जी एवरेज बन जाती है 10% की, कितनी है 73। वट इज द वेट ऑफ द पर्सन हु गॉट अप फ्रॉम द बोट। दो तरीके इनू करन दे। एक तो बेसिक तरीका की है, हालांकि ये कैलकुलेशन ईजी है तो आप ईजी निकाल सकते कि 11 ਨੂੰ अगर मैं 7 ना करूंगा तो 77। ਇਹਦਾ मतलब ਇੱਥੇ 770 किलो भार ਸੀਗਾ, ਇੱਥੇ 730 किलो भार ਸੀ, माइनस कर दो, आंसर कितना आ गया 40। जो पर्सन उतरिया वा ਉਹਦਾ ਭਾਰ ਕਿੰਨਾ ਵਾ 40। ਇਹ ਡਾਟਾ ਈਜ਼ੀ ਸੀਗਾ, ਇਹਨੂੰ ਇਦਾਂ ਵੀ ਕਰ ਸਕਦੇ। ਨਾਰਮਲੀ ਅਸੀਂ ਮਲਟੀਪਲਾਈ ਕਰਕੇ ਨਹੀਂ ਕਰਦੇ, ਨਾਰਮਲੀ ਅਸੀਂ ਮਲਟੀਪਲਾਈ ਕਰਕੇ ਨਹੀਂ ਕਰਦੇ। ਠੀਕ ਹੈ ਜੀ। ਤੁਹਾਨੂੰ ਮੈਂ ਦੱਸ ਦਿੰਦਾ ਕਿੱਦਾਂ ਕਰਦੇ ਆ। ਦੇਖੋ 11 ਸਮ ਹੈ, ਉਹਦੀ ਐਵਰੇਜ ਕਿੰਨੀ ਹੈ 70, ਬਾਅਦ ਚੋਂ ਕਿੰਨੇ ਰਹਿ ਗਏ 10। ਸੋ ਮੈਂ ਮੰਨ ਲੈਣਾ ਕਿ ਜੋ ਪਰਸਨ ਉਤਰਿਆ ਵਾ ਉਹਦਾ ਭਾਰ ਕਿੰਨਾ ਸੀ, ਜਿੰਨੀ ਐਵਰੇਜ ਹੈ ਓਨਾ ਹੀ, ਜਿੱਦਾਂ ਕਿ ਪਹਿਲਾਂ ਕੁਐਸਚਨ ਕੀਤਾ ਸੀਗਾ। ਸੋ ਮੈਂ ਇੱਥੇ ਲਿਖ ਦਿੰਦਾ ਕਿ ਅਗਰ ਇੱਕ ਪਰਸਨ ਜਿਹਦਾ ਭਾਰ ਐਵਰੇਜ ਦੇ ਬਰਾਬਰ ਹੈ 70 ਕਿਲੋ, ਉਹ ਬਾਹਰ ਚਲ ਜਾਊਗਾ ਤਾਂ ਐਵਰੇਜ ਮੇਨਟੇਨ ਰਹੂਗੀ। ਪਰ ਇੱਥੇ ਐਵਰੇਜ ਕਿੰਨੀ ਹੈ 3 ਵੱਧ ਗਈ। 3 ਵਧਣ ਦਾ ਮਤਲਬ ਕੀ ਹੁੰਦਾ ਵਾ ਕਿ ਜਿਹੜਾ ਪਰਸਨ ਬਾਹਰ ਗਿਆ ਵਾ ਨਾ ਉਹਦਾ weight ਘੱਟ ਸੀਗਾ। ਕਿੰਨਾ ਘੱਟ ਸੀਗਾ, ਜਿੰਨਾ ਐਵਰੇਜ 'ਚ ਡਿਫਰੈਂਸ ਆਇਆ ਵਾ, ਇਹਦਾ ਮਤਲਬ ਹਰ ਬੰਦੇ ਦਾ ਭਾਰ 3-3 ਕਿਲੋ ਵੱਧ ਗਿਆ ਸੀ। ਸੋ 10 × 3 30, ਕਿਉਂਕਿ ਜਿਹੜਾ ਪਰਸਨ ਬਾਹਰ ਗਿਆ ਵਾ ਉਹਦਾ weight ਘੱਟ ਹੈ, ਤਾਂ ਹੀ ਤਾਂ ਬਚੇ ਹੋਏ ਬੰਦਿਆਂ ਦੀ ਐਵਰੇਜ ਵੱਧ ਗਈ। ਸੋ 3 × 10 ਆਪਾਂ 30 ਚੋਂ ਮਾਈਨਸ ਕਰ ਦਿੰਦੇ ਆ, ਸਾਡੇ ਕੋਲ ਆ ਗਿਆ 40। ਇਹ ਡਾਟਾ ਈਜ਼ੀ ਸੀਗਾ ਮਲਟੀਪਲੀਕੇਸ਼ਨ ਵਾਲਾ, ਇਸ ਲਈ ਤੁਹਾਨੂੰ ਇਹ ਈਜ਼ੀ ਲੱਗ ਰਿਹਾ ਵਾ। ਪਰ ਜਦੋਂ ਇਹ ਡਾਟਾ ਔਡ ਨੰਬਰਸ ਦੇ ਵਿੱਚ ਮਲਟੀਪਲੀਕੇਸ਼ਨ ਆ ਜਾਂਦੀ ਹੈ, ਫਿਰ ਇਹ ਡਾਟਾ ਡਿਫਿਕਲਟ ਹੋ ਜਾਂਦਾ ਵਾ। ਇੱਥੇ ਆਂਸਰ ਈਜ਼ੀਲੀ ਨਿਕਲ ਜਾਂਦਾ ਵਾ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A bus traveled the first 2 hours of a journey at 40 km/h. The remaining so ਸਾਡੇ ਕੋਲ ਨਾ ਐਵਰੇਜ ਦਾ ਕਨਸੈਪਟ ਜੋ ਹੈ
ਉਹ ਸਪੀਡ ਡਿਸਟੈਂਸ ਟਾਈਮ ਵਾਲੇ ਚੈਪਟਰ ਦੇ ਵਿੱਚ ਡਿਫਰੈਂਟਲੀ ਬਿਹੇਵ ਕਰਦਾ ਵਾ, ਠੀਕ ਹੈ। ਖਾਸ ਕਰ ਇਕੁਅਲ ਡਿਸਟੈਂਸ ਉਹ 'ਚ ਕੈਟਾਗਰੀਜ਼ ਹੁੰਦੀਆਂ, ਇਕੁਅਲ ਡਿਸਟੈਂਸ, ਡਿਫਰੈਂਟ ਡਿਸਟੈਂਸ, ਕਿਉਂਕਿ ਪੇਪਰ 'ਚ ਆਇਆ ਹੋਇਆ ਹੈਗਾ ਸਪੀਡ ਡਿਸਟੈਂਸ ਟਾਈਮ ਦਾ ਕੁਐਸਚਨ ਹੈ, ਪਰ ਕਿਉਂਕਿ ਐਵਰੇਜ ਸਪੀਡ ਪੁੱਛੀ ਹੈ ਤਾਂ ਬਸ ਤੁਸੀਂ ਯਾਦ ਕਰ ਲਓ। ਵੈਸੇ ਤਾਂ ਦੋ ਤਿੰਨ ਫਾਰਮੂਲੇ ਹੈ। ਬੇਸਿਕ ਫਾਰਮੂਲਾ ਹੈ ਕਿ ਜੋ ਐਵਰੇਜ ਸਪੀਡ ਹੁੰਦੀ ਹੈ ਉਹ ਬਰਾਬਰ ਹੁੰਦੀ ਹੈ टोटल डिस्टेंस अपॉन टोटल टाइम, ठीक है। स्पीड इज इक्वल टू डिस्टेंस अपॉन टाइम, बेसिक फॉर्मूला है, छोटी क्लासेस में करा होगा आपने। डिस्टेंस का मतलब टोटल डिस्टेंस, टाइम का मतलब टोटल टाइम। हुन स्पीड पूछी है, वो कह रहा है कि फर्स्ट 2 आवर हो जर्नी इन 40 मिनट्स। मैं इत्थे डिस्टेंस दसना वा। 40 किलोमीटर पर आवर का मतलब हुंदा वा कि हर घंटे 40 किलोमीटर, हर घंटे 40 किलोमीटर, तो 2 घंटे च कितना होगा 80, तो इत्थे लिख दो 80 प्लस रिमेनिंग 3 आवर्स ऑफ जर्नी एट 80 किलोमीटर पर आवर। 80 किलोमीटर पर आवर का मतलब कि हर घंटे 80 किलोमीटर, 3 घंटे कितने 224। हुन टोटल टाइम लिखना हुआ, टोटल टाइम 3 आवर्स एंड 2 आवर्स कितना होता है 5 आवर्स। 320 बाय 5 साडा आंसर आ जाना 64 किलोमीटर पर आवर, ठीक है। याद रखना 5 ना डिवाइड जो करना वा ऊपर वाला नंबर नु डबल कर देना वा, और 10 ना डिवाइड करना होता 0 कैंसिल आउट हो जाएगा, ठीक है जी। चलो नेक्स्ट क्वेश्चन देख। A car travels 600 किलोमीटर with a speed of 40 किलोमीटर पर आवर and returns with a speed of 60 किलोमीटर पर एवरेज स्पीड। याद रखियो ਜਦੋਂ ਵੀ एग्जाम ਦੇ ਵਿੱਚ ਰਿਟਰਨਸ ਲਿਖਿਆ ਹੁੰਦਾ ਵਾ, ਇਹ ਰਿਟਰਨਸ ਦਾ ਮਤਲਬ ਹੁੰਦਾ ਵਾ ਇਕੁਅਲ ਡਿਸਟੈਂਸ। ਇੱਥੇ ਰਿਟਰਨਸ ਦਾ ਮਤਲਬ ਹੁੰਦਾ ਵਾ ਕਿ ਜਿਹੜੇ ਰਸਤੇ ਮੈਂ ਜਿੰਨਾ ਡਿਸਟੈਂਸ ਕਵਰ ਕਰਕੇ ਗਿਆ ਸੀ ਉਹੀ ਰਸਤੇ ਉਹਨਾਂ ਡਿਸਟੈਂਸ ਮੈਂ ਵਾਪਸ ਕਵਰ ਕਰਕੇ ਆ ਗਿਆ। ਸੋ ਸੇਮ ਡਿਸਟੈਂਸ ਦੀ ਕੈਟਾਗਰੀ ਹੈ। ਸੇਮ ਡਿਸਟੈਂਸ ਦੀ ਕੈਟਾਗਰੀ ਦੇ ਵਿੱਚ ਸਾਨੂੰ ਡਿਸਟੈਂਸ ਮੈਟਰ ਨਹੀਂ ਕਰਦਾ, ਇਹਦੇ ਵਿੱਚ ਐਵਰੇਜ ਸਪੀਡ ਦਾ। ਇਹ ਸੇਮ ਡਿਸਟੈਂਸ ਵਾਲਾ ਕਨਸੈਪਟ ਹੈ, ਪਿਛਲਾ ਵਾਲਾ ਡਿਫਰੈਂਟ ਡਿਸਟੈਂਸ ਵਾਲਾ ਕਨਸੈਪਟ ਸੀਗਾ, ਉਹ 'ਚ 80 ਤੇ 240 ਕਿਲੋਮੀਟਰ ਸੀਗਾ। ਇਹਦੇ ਵਿੱਚ ਆਨ ਜਾਨ ਸੇਮ ਹੈ, ਤਾਂ ਸਾਡੇ ਕੋਲ एवरेज स्पीड का फॉर्मूला होता है 2xy अपॉन x प्लस वाई, और इसमें xy क्या है, जो दो स्पीड्स है आने जाने की। तो 2 इंटू 40 की स्पीड से गया और 60 की स्पीड से वापस आ गया, अपॉन x प्लस वाई, 40 प्लस 60 क्या होगा 100। तो ये 2 0 तो यहाँ कैंसिल हो जाएंगे, 6 4 है 24, 24 इंटू 2 इज 48। तो बच्चे क्या गलती करते हैं, देखो इसने 50 दे रखा था एग्जाम में, क्या गलती करते हैं वो इसको प्लस करते हैं 40 और 60 को 100, 100 को 2 से डिवाइड कर दो तो 50 आता है। स्पीड डिस्टेंस टाइम में ऐसा नहीं होता। स्पीड डिस्टेंस टाइम अब कह लो कि एक्सेप्शन है, ठीक है, क्योंकि इसमें डिफरेंट तरह से चीज चलती है, तो ये एक्सेप्शन कह सकते हो आप, पर इसका फॉर्मूला ये है। ये फॉर्मूला सिर्फ इक्वल डिस्टेंस के लिए याद रखना, वैसे टोटल डिस्टेंस अपॉन टोटल टाइम है। नेक्स्ट क्वेश्चन करते हैं। आउट ऑफ द 3 नंबर द फर्स्ट इज ट्वाइस द सेकंड एंड द सेकंड इज ट्वाइस द थर्ड। अभी ABCD वाला क्वेश्चन किया था कंपैरिजन वाला, तो मैंने आपको बताया था कि अगर देखो जैसे फर्स्ट का कंपैरिजन सेकंड के साथ है, यही कंटिन्यू हो रहा है आगे। सेकंड का वो बता रहा है कि सॉरी यहां पे है ट्वाइस नहीं, फर्स्ट का कंपैरिजन कहां है, सेकंड के साथ, और अगली लाइन में सेकंड का कंपैरिजन है फिर थर्ड के साथ, कॉन्टिन्यूएशन में A का B के साथ, फिर B का C के साथ, ऐसे। तो इसमें मैं क्या करता हूं, लास्ट स्टेटमेंट पहले पिक करूंगा। 3 नंबर्स कह रहा है, यहां पे कहते हैं फर्स्ट नंबर है, मान लो ये सेकंड है और ये थर्ड है, तो हम लास्ट लाइन पिक करेंगे जिसमें वो कह रहा है सेकंड नंबर इज ट्वाइस द थर्ड नंबर, सेकंड नंबर इज ट्वाइस द थर्ड। तो थर्ड को अगर मैं मान लूं 1 है तो ये ट्वाइस है, और पहली लाइन में वो कह रहा है कि जो फर्स्ट नंबर है वो ट्वाइस द सेकंड है, तो इसका ट्वाइस कितना होगा 4। इससे क्या होता है कि मेरे को रेफरेंस मिल जाती है, जबकि वो जैसे वो कंपेयर कर रहा है फर्स्ट इज ट्वाइस द सेकंड, तो अगर मैं पहली लाइन से स्टार्ट करूं फर्स्ट सेकंड और थर्ड, वो क्या कह रहा है कि फर्स्ट इज ट्वाइस द सेकंड, तो अगर मैं यहां पे 1 लिख दूंगा तो फर्स्ट क्या ट्वाइस है। अब वो कह रहा है कि द सेकंड इज ट्वाइस द थर्ड, सेकंड नंबर डबल है इससे, तो मेरे को यहां पे 0.5 लिखना पड़ेगा। फिर मेरे को इसको रेशो फॉर्म में कन्वर्ट करने के लिए, क्योंकि रेशो फॉर्म में डेसिमल नहीं होता, फिर मेरे को कन्वर्ट करना पड़ेगा, तो हम ऐसे नहीं करते, हम क्या करते हैं यहां से पिक करते हैं ट्वाइस ट्वाइस। द एवरेज ऑफ ऑल द नंबर्स इज 14, वो कह रहा है इन नंबर्स की एवरेज 14 है, तो मैं रेशो की एवरेज निकालूं पहले। 4 + 2 is 6 + 1 is 7, ठीक है। सो 7 नंबर्स में 7x मान लेते हैं कि 4x 2x, इसका जो एवरेज है, ये कह रहा है जो एवरेज है वो कितनी है 14 है। नंबर्स बताओ कितने हैं, नंबर है 4x 2x और 1x, तो x की वैल्यू कितनी होगी 7 2 = 14 और x की वैल्यू होगी 3 2 = 6। अब नंबर्स क्या होंगे, 4x है 2x है और 1x है, मेरे को 4 को 6 से मल्टीप्लाई करना है, तो 24 वाला ऑप्शन होगा, एक ही ऑप्शन है, बाकी सारे क्रॉस है। ये यहाँ 6 से करेंगे तो 12,
और यहां 6 से करेंगे तो 1। तो मेरे पास क्या आ गया 12, 24, 12 और 6। ठीक है जी। चलो नेक्स्ट क्वेश्चन देखते हैं। इन अ ग्रुप ऑफ 120 मेंबर्स 1/5 आर एडल्ट। अब ध्यान से देखते हैं, इसका डाटा बनाते हैं कि 120 अगर टोटल पर्सन है तो एडल्ट्स कितने हैं 1/5। इसका फिफ्थ पार्ट 5 से डिवाइड करेंगे तो ऊपर नंबर डबल कर देंगे और 10 से डिवाइड, तो मेरे पास आ जाएगा 24। ठीक है। 5 से डिवाइड करना हो तो इस नंबर को, जो नंबर दिख रहा है उसको डबल करके, या ऐसे करो 120 को डबल करेंगे तो 240 और उसको फिर 10 से डिवाइड कर दो, 0 खत्म हो गया, 24 बच गया। एडल्ट 1/5 आर एडल्ट मैन। अच्छा ये एडल्ट मैन है। ठीक है। एंड 1/4 आर एडल्ट वुमेन। सो यहां पे लिखते हैं एडल्ट वुमेन है 1/4। इसका फोर्थ पार्ट, किसी भी नंबर का फोर्थ पार्ट निकालना हो उसको 2 बार हाफ कर दो कॉन्टिन्यूएशन में। 120 का हाफ 60, 60 का हाफ कितना होगा 30। एंड द रेस्ट आर चिल्ड्रन। सो चिल्ड्रन कितने हैं, ये है 30, 50, 54। सो 54 जब मैं माइनस करूंगा, पहले मैं 50 माइनस करूं तो कितना आ गया 70, 70 में से 4 गए तो 66 आ गए। ये आ गए चिल्ड्रन। द एवरेज एज ऑफ द वुमेन इज 5/6। ध्यान से सुनना, अब क्या होता है कॉम्प्लिकेट करने की कोशिश करता है। सो हमने पूरा क्वेश्चन पढ़ना है। वो कह रहा है कि द एवरेज एज ऑफ द वुमेन इज 5/6 ऑफ द एवरेज एज ऑफ द मैन। अगर मैन की एवरेज एज पता है तो वुमेन की निकालेंगे 5/6। एवरेज एज ऑफ द चिल्ड्रन इज 1/4 ऑफ द एवरेज एज ऑफ द मैन। देखो दोनों का कंपैरिजन मैन के साथ है, तो यहां पे कंफ्यूज नहीं होना क्योंकि उसने एवरेज एज ऑफ द मैन बता दी है। ठीक है। मैन की एवरेज एज जो है, एवरेज एज ऑफ मैन जो है वो कितनी है 60 है। ठीक है जी। अब वो कह रहा है कि वुमेन की एवरेज एज कितनी 5/6। एवरेज ऑफ वुमेन कितनी है, ध्यान से देखो 5/6 ऑफ मैन की एवरेज। मैन की एवरेज कितनी 60, तो यहाँ क्या आ गया 10, तो 5 × 10 इज 50। ठीक है। ये मैं यहां से रब कर देता हूं। और चिल्ड्रन की कितनी है 1/4 है। कितनी है 1/4। सो मैन की है 60, इसका फोर्थ पार्ट क्या होता है 2 बार हाफ कर दो, 60 का हाफ 30, 30 का हाफ कितना होता है 15, तो यहां लिखेंगे 15। ये चिल्ड्रन की एवरेज। चलो अब वो क्या कह रहा है, इफ द एवरेज, फाइंड द एवरेज एज ऑफ द ग्रुप ऑफ 120 पर्सन। पूरे 120 पर्सन की एवरेज क्या होगी ये मेरे को बतानी है। ठीक है जी। अब क्या है कि इसकी एवरेज एज है 60, इसकी ऑब्जर्वेशन कितनी, मैन कितने हैं 24, प्लस यहां पे ऐसे करते हैं इसको पेन, यहां पे मेरे पास देखो 24 मैन है और इनकी एवरेज है 60, प्लस 30 वुमेन है इनकी एवरेज है 50, प्लस 66 चिल्ड्रन है इनकी एवरेज है 50। इसको डिवाइड करेंगे 120 से। अब देखो 24 × 6 करना है, 24 × 5 कितना होता है 120। 120 में 24 एक बार और ऐड कर देंगे तो 144 है, और जीरो लगा हुआ है तो 144 यहां आ जाएगा जीरो, प्लस 5 3 15 यहां आ गया 1500, प्लस 66 10 से करेंगे तो 660 और 5 से करेंगे तो 330, यहां आ जाएगा 990। अब इसको हमने डिवाइड करना है 120 से। प्लस करने से पहले भी कटिंग कर सकते हैं, देखो जीरो अगर तीनों के पास है, प्लस में अगर तीनों के पास है तो मैं कट कर सकता हूं। ठीक है। अब देखा जाए तो मेरे को 3 के टेबल में यहां कट कर सकता हूं, 3 के टेबल में यहां 4 है, 3 के टेबल में कट करना है तो 4 3 12 24, 3 के टेबल में आ जाएगा 8 और यहां पे आ गया 50 और यहां पे आ जाएगा 33। अब इसको प्लस कर लेंगे हम। ठीक है। अब यहां से 2 उठा के इसको दे देंगे तो 50 + 50 कितना हो गया 131, 131/4 कितना आ गया 131/4। कुछ गड़बड़ हो गई लगता। अच्छा ठीक है, 30 के टेबल में आना ना, बिल्कुल ठीक है। सो अब यहाँ पे ना एक चीज़ ध्यान देना कैसे करना है इसको सॉल्व। मेरे को यहाँ पे ना 120 नज़र आ रहा है और उसके ऊपर 11 नज़र आ रहे हैं, 4 से डिवाइड करना है। तो यहाँ से जब मैं डिवाइड करूँगा तो क्या आ जाएगा 30, सारे ऑप्शंस 30 वाले हैं। अब बचा क्या 11/4, 11/4 में 4 2s 8 आएगा, तो 30 + 2 32 आएगा। समझ रहे हो बात को, यहाँ पे जब मैं 2 से कट करूंगा तो क्या आ गया, एक बार 30 से कटिंग हो गई, एक बार 2 से कटिंग हो गई, 4 2s 8, बचा कितना, बच गया
3/4, 3 बच गया रिमाइंडर, और 3/4 होता है 7/5, 3/4 कितना होता है 7/5, तो मेरा आंसर होगा बी 32.75। ठीक है, पूरा कैलकुलेट नहीं करना, आपको देखना है कि कैसे इजीली हम कैलकुलेट कर सकते हैं। ठीक है जी, चलो नेक्स्ट देखते हैं। एवरेज ऑफ द 5 कंसेक्यूटिव, कंसेक्यूटिव का मतलब होता है लगातार नंबर्स। कहता है इसकी जो है 5 नंबर होगा, 1 2 3 4 5। बड़ा इंपॉर्टेंट कॉन्सेप्ट है, इसमें जो एवरेज होती है ना कंसेक्यूटिव में, एवरेज वो मिडिल नंबर होता है। वो कह रहा है कि ये 16 है। द एवरेज ऑफ द 5 कंसेक्यूटिव नंबर, ये लगातार नंबर दे रखे थे, उसमें से एवरेज कह रहा है 16 है। एवरेज 16 का मतलब होता है मिडिल नंबर 16 है। हाईएस्ट क्या होगा, हाई, क्योंकि ये कंसेक्यूटिव नंबर है, हाईएस्ट होगा 18 और स्मॉलेस्ट होगा 14। तो मेरा आंसर है 18। ठीक है जी, ये इजी क्वेश्चन है। तो आज के क्लास का लास्ट क्वेश्चन करेंगे। ठीक है जी, सो ये कह रहा है कि इन अ क्लास विद अ सर्टेन नंबर ऑफ स्टूडेंट्स, इफ वन स्टूडेंट वेइंग 50, इंपॉर्टेंट क्वेश्चन है। ठीक है, ऑफिसर रैंक का क्वेश्चन है, अच्छे लेवल का क्वेश्चन है। सो इन अ क्लास विद अ सर्टेन नंबर ऑफ स्टूडेंट्स, इफ वन स्टूडेंट वेइंग 50 kg इज एडेड, देन द, देखो इसमें वो क्या कह रहा है, ध्यान से सुनना। मैं मान लेता हूं कि एक क्लास में जो स्टूडेंट्स हैं वो है x, और उनकी जो एवरेज है वो कितनी है, y है। ठीक है, ये मेरे को दे नहीं रखा हुआ, इसलिए मैंने xy मान लिया। वो कहता है इफ वन स्टूडेंट वेइंग 50 kg इज एडेड, अगर एक पर्सन में ऐड कर दूं तो कितना हो जाएगा, x+1 हो जाएगा। अब ये 1 पर्सन है, इसकी जो वेट है 50 किलो है। कहता फिर द एवरेज वेट ऑफ द क्लास इंक्रीज बाय 1, जो एवरेज वेट है क्लास में वो 1 से बढ़ जाएगा। तो मैं ऐसे लिख दूं एवरेज बढ़ गया ये। अब इसमें हुआ क्या है, 50 kg वाला एक पर्सन जो है वो ऐड हो गया। ठीक है, अब ध्यान से सुनना आगे। इफ वन मोर स्टूडेंट वेइंग 50 kg एडेड, अगर मैं एक और स्टूडेंट ऐड कर दूं जिसका भार 50 kg है, अब एक पर्सन और ऐड हो गया तो x+1 यहां हो जाएगा x+2। Then the average weight of the class increases by 1.5 kg over the original average. Original average कितनी है 5। वो कह रहा है कि अगर एक और स्टूडेंट ऐड हो गया तो 1.5 डेढ़ एवरेज बढ़ जाऊंगी स्टार्टिंग तो मैं इथे लिख सकता हूं कि y+1.5। ये डाटा साडे को निकल के आया। व्हाट इज द ओरिजिनल एवरेज वेट ऑफ द क्लास, y की वैल्यू निकालनी है। ओरिजिनल एवरेज कितनी है y दी वैल्यू निकालनी है। ठीक है जी, ध्यान ਨਾਲ सुनो। ਇੱਥੇ अगर मैं सम निकालना ਹੁੰਦਾ ਤਾਂ ਕਿੱਦਾਂ ਆਣਾ ਸੀਗਾ, एवरेज ਦੀ वैल्यू कितनी है, सम अपॉन नंबर ऑफ ऑब्जर्वेशन। सम निकालना होवे ਤਾਂ एवरेज ਤੇ n ਨੂੰ ਮਲਟੀਪਲਾਈ ਕਰਦੇ ਆ, एवरेज ਤੇ n ਨੂੰ ਮਲਟੀਪਲਾਈ ਕਰਾਂਗੇ ਤਾਂ ਵੈल्यू ਕਿੰਨੀ ਆ ਜਾਣੀ ਸੀ xy। ਹੁਣ ਇਹ ਆ ਗਿਆ ਸਮ, ਸਮ ਦੇ ਵਿੱਚ ਕਿੰਨਾ ਸਮ ਐਡ ਹੋਇਆ 50। ਹੁਣ ਧਿਆਨ ਨਾਲ ਦੇਖਿਓ, xy ਜਿਹੜਾ ਸਮ ਸੀ ਉਹਦੇ ਵਿੱਚ ਮੈਂ 50 ਸਮ ਅਗਰ ਐਡ ਕਰਦਾ ਤਾਂ ਸਾਡੇ ਕੋਲ ਕੀ ਬਣ ਜਾਊਗਾ, ਆ ਨੰਬਰ ਤੇ ਆ ਵਾਲੀ एवरेज। ਇਹਨਾਂ ਦਾ ਸਮ ਕਿੰਨਾ ਹੋਊਗਾ, ਇਹਨਾਂ ਦਾ ਸਮ ਹੋਊਗਾ ਇਹਨਾਂ ਨੂੰ ਮਲਟੀਪਲਾਈ ਕਰਕੇ x+1 ਤੇ y+1। ਠੀਕ ਹੈ ਜੀ, ਇਹਦੇ ਵਿੱਚ 50 ਕਿਲੋ ਵਾਲਾ ਪਰਸਨ ਜਦੋਂ ਐਡ ਹੋਇਆ ਤਾਂ ਸਾਡੇ ਕੋਲ ਨਵਾਂ ਨੰਬਰ, ਨਵੀਂ ਐਵਰੇਜ ਬਣ ਗਈ। ਇਹਨਾਂ ਦਾ ਸਮ ਕਿੰਨਾ ਹੋਊਗਾ ਇੰਨਾ, ਤੇ ਇੱਥੇ ਜਿਹੜਾ ਸਮ ਸੀ ਉਹਦੇ ਵਿੱਚ 50 kg ਐਡ ਹੋਇਆ, ਮੈਂ 50 kg ਐਡ ਕਰ ਦਿੱਤਾ। ਠੀਕ ਹੈ, ਹੁਣ ਸੈਕਿੰਡ ਸਟੇਟਮੈਂਟ ਸਮਝਿਓ ਧਿਆਨ ਨਾਲ, ਇੱਥੇ ਲਿਖ ਦਿੰਦੇ, ਚਲੋ ਇੱਥੇ ਲਿਖ ਦਿੰਦੇ ਆ। ਹੁਣ ਅਸੀਂ ਇਹਨੂੰ ਤੇ ਇਹਨੂੰ ਕੰਪੇਅਰ ਕਰਾਂਗੇ। ਠੀਕ ਹੈ, ਹੁਣ ਹੋਇਆ ਕਿ ਇੱਥੇ ਸਮ ਕਿੰਨਾ ਸੀ xy, ਇਹਦੇ ਵਿੱਚ ਇੱਥੋਂ ਲੈ ਕੇ ਇੱਥੇ ਤੱਕ ਕਿੰਨਾ weight ਐਡ ਹੋਇਆ, 50 + 50 is 100। ਅਗਰ ਮੈਂ 100 ਐਡ ਕਰ ਦਾਂਗਾ ਤਾਂ ਕੀ ਹੋਊਗਾ, ਹੁਣ ਸਾਡੇ ਕੋਲ ਆਹ ਵਾਲੀ ਚੀਜ਼ ਆ ਗਈ, ਇਹਦਾ ਸਮ ਆ ਗਿਆ ਕਿੰਨਾ x+2 into y+1.5। ਠੀਕ ਹੈ ਜੀ, ਸਮਝ ਗਏ। ਹੁਣ ਧਿਆਨ ਨਾਲ ਦੇਖੋ, ਅਗਰ ਇੱਥੇ ਸਾਡੇ ਕੋ xy ਦਿੱਤਾ ਹੋਇਆ ਵਾ, ਇੱਥੇ ਵੀ xy ਆਊਗਾ ਪੋਜ਼ਿਟਿਵ, ਉਹ ਕੈਂਸਲ ਆਊਟ ਹੋ ਜਾਊਗਾ। ਠੀਕ ਹੈ, ਇਹਨੂੰ ਮੈਂ ਸੋਲਵ ਕਰ ਦਿੰਦਾ। ਅੱਛਾ, ਉਹ ਨਹੀਂ ਚੇਂਜ ਹੋਣਾ। ਚਲੋ ਧਿਆਨ ਨਾਲ ਦੇਖੋ, ਹੁਣ ਸੋਲਵ ਕਰੀਏ। ਇਹਨੂੰ ਓਪਨ ਕਰਾਂਗੇ, ਮੈਂ ਇਹਨੂੰ ਇੱਥੇ ਉੱਪਰ ਓਪਨ ਕਰ ਦਿੰਦਾ, xy + 50 = xy 1x मतलब कल्ला x ਤੇ ਇੱਥੇ y 1 into 1 is 1। xy ਨਾ xy कैंसिल हो गया। ठीक है, बचा कितना x + y + 1, 1 इधर आके माइनस हो जाऊंगा तो मेरे को की आऊंगा x + y = 49। एक स्टेटमेंट आ गई, x + y = 49। ਇਹਨੂੰ ਨੀਚੇ ਸੋਲਵ ਕਰਦੇ ਆ, ਇੱਥੇ ਬੇਸਿਕਲੀ ਰਾਈਟ ਸਾਈਡ ਸੋਲਵ ਕਰਨੀ ਹੈ, x y ਇੱਥੇ ਵੀ xy है +100 है, सो xy ना xy कैंसिल हो जाऊंगा।
x ਕਿੰਨੀ ਵਾਰ ਹੈ प्लस 1.5x है प्लस 2y है प्लस 2 ਦਾ 1.5 ਗੁਣਾ ਹੁੰਦਾ ਵਾ 3 ਠੀਕ ਹੈ ਜੀ। ਚਲੋ ਹੁਣ ਮੇਰੇ ਕੋਲ ਕੀ ਬਚ ਗਿਆ ਧਿਆਨ ਨਾਲ ਦੇਖੋ ਇੱਥੇ ਬਚੂਗਾ ਮੈਂ ਇੱਥੇ ਲਿਖ ਲੈਣਾ x ਕਿੰਨਾ ਵਾ 1.5x प्लस y ਕਿੰਨਾ ਵਾ 2y इज इक्वल टू कितने बराबर होगा 3 है ਇੱਥੇ 3 ਇੱਥੇ ਆ ਕੇ ਮਾਈਨਸ ਹੋ ਕੇ ਕਿੰਨਾ ਆ ਜਾਊਗਾ 97। ਇਹ ਦੋ ਸਟੇਟਮੈਂਟਸ ਨੂੰ ਸੋਲਵ ਕਰਨਾ ਹੈ। ਦੋ ਸਟੇਟਮੈਂਟਸ ਆ ਗਈਆਂ ਮੇਰੇ ਕੋਲ। ਹੁਣ ਅਸੀਂ ਕੀ ਕਰਾਂਗੇ 1.5 ਵਾਲੇ ਨੂੰ ਛੱਡ ਦੋ y ਨੂੰ ਡਬਲ ਕਰ ਲੈਂਦੇ ਆ। y ਨੂੰ ਕੀ ਆਪਾਂ ਡਬਲ ਕਰ ਲੈਂਦੇ ਆ ਠੀਕ ਹੈ। ਚਲੋ ਹੁਣ ਜਦੋਂ ਮੈਂ y ਨੂੰ ਡਬਲ ਕੀਤਾ ਇੱਥੇ ਤੇ ਕਿੰਨਾ ਹੋ ਜਾਊਗਾ 2x plus 2y is equal to 98 और यह की हैगा वा 1.5x plus 2y is equal to 97। ਹੁਣ ਤੇ ਆਣਾ ਦੇਖੋ ਹੁਣ ਜਦੋਂ ਮੈਂ ਮਾਈਨਸ ਕਰੂੰਗਾ 2y ਕੈਂਸਲ ਇਹਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਬਚੂਗਾ 0.5x ਦੀ ਵੈਲਿਊ ਕਿੰਨੀ ਆ ਗਈ 1 ਤੇ x ਦੀ ਵੈਲਿਊ ਕਿੰਨੀ ਆ ਗਈ 2। x ਦੀ ਵੈਲਿਊ ਕਿੰਨੀ ਆ ਗਈ 2। ਧਿਆਨ ਨਾਲ ਦੇਖੋ x ਦੀ ਵੈਲਿਊ ਕੀ ਆ ਗਈ ਸਾਡੇ ਕੋਲ 2। ਇੱਥੇ ਜੋ ਵੈਲਿਊ ਹੈ ਉਹ ਸਾਡੇ ਕੋਲ ਆ ਗਈ 2। ਮੈਨੂੰ y ਦੀ ਵੈਲਿਊ ਦੱਸਣੀ ਹੈ ਕਿੰਨੀ ਹੈ ਠੀਕ ਹੈ। ਹੁਣ ਅਸੀਂ ਕੀ ਦੇਖਾਂਗੇ ਕੋਈ ਇਧਰ ਹੀ ਸਟੇਟਮੈਂਟ ਦੇਖੋ ਇੱਥੇ ਧਿਆਨ ਨਾਲ ਦੇਖੋ ਇੱਥੇ ਕੀ ਦਿੱਤਾ ਹੋਇਆ ਵਾ ਕਿ x plus y ਮਿਲਾ ਕੇ ਕਹਿੰਦਾ 49 ਹੈ ਜਿਹਦੇ ਵਿੱਚ x ਦੀ ਵੈਲਿਊ ਕਿੰਨੀ ਹੈ 2। ਅਗਰ ਇਹਦੀ ਵੈਲਿਊ 2 ਹੈ ਤਾਂ y ਦੀ ਕਿੰਨੀ ਹੋਊਗੀ 47। y ਦੀ ਵੈਲਿਊ ਕਿੰਨੀ ਹੋਊਗੀ 47। ਸਾਡਾ ਡੀ ਆਪਸ਼ਨ ਆ ਗਿਆ ਠੀਕ ਹੈ। ਡੀ ਆਪਸ਼ਨ ਜੋ ਹੈ ਸਾਡਾ ਆਨਸਰ ਆ ਗਿਆ ਠੀਕ ਹੈ ਜੀ। ਚਲੋ ਸੋ ਅੱਜ ਦੇ ਲਈ ਵੀਡੀਓ ਲਈ ਇੰਨਾ ਹੀ। ਮੈਂ ਐਵਰੇਜ ਦੇ ਕੁਝ ਹੋਰ ਕੁਐਸਚਨ ਲੈ ਕੇ ਆਉਂਗਾ ਪਾਰਟ 4 ਦੇ ਵਿੱਚ। तो अगर तुम ऑफलाइन बैच के कोचिंग लेना चाहते हो तो विजिट कर सकते हो ज्ञानम इंस्टीट्यूट अमृतसर जो कि ऑपोजिट है गुरु नानक देव यूनिवर्सिटी यूटी मार्केट अमृतसर दे विच। एक्स गवर्नमेंट ऑफिसर्स के थ्रू तुहानू कोचिंग मिलती है इत्थे ठीक है जी। थैंक यू।